सत श्री अकाल। तुसीं देख रहे हो पंजाब टुडे का प्रोग्राम की हाल पंजाब। इस प्रोग्राम 'च असीं गलबात करते हैं पंजाब के अहम मुद्दों की। तो पंजाब का एक अहम मुद्दा बनया होया गोल्डी बराड़ की गिरफ्तारी। गोल्डी बराड़ की गिरफ्तारी नूं लैके चर्चा इन्नी छिड़ी हुई है कि कुछ पता नहीं लग रहा। लोगों के विच एक डाउट वधदा जा रहा है कि की गोल्डी बराड़ नूं गिरफ्तार किया गया या नहीं किया गया। अलग अलग थावां तो अलग अलग बयानबाजी आ रही है, अलग अलग दावे किए जा रहे हैं। पहलां देख लैंदे आ उन्हां दाविआं नूं, उन्हां बयानां नूं। एक नज़र मारते हैं पंजाब के लीडरां दे बयानां ते। ਜਿਹੜਾ ਭਗਵੰਤ ਮਾਨ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਸੀਐਮ ਭਗਵੰਤ ਮਾਨ ਜਦੋਂ ਕੋਈ ਬਿਆਨ ਦਿੰਦੇ ਹੈ ਲੋਕਾਂ ਨੂੰ ਸੀਐਮ ਦੇ ਬਿਆਨ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ 100 ਵਾਰ ਹੋ ਗਿਆ ਭਗਵੰਤ ਮਾਨ ਨੇ ਕਿਹਾ ਕੁਛ ਹੈ ਤੇ ਰਿਐਲਿਟੀ ਕੁਛ ਹੈ। ਹੋਣਾ ਕੀ ਹੈ ਜਿਵੇਂ ਜਿਸ ਤਰੀਕੇ ਨਾਲ ਬਿਆਨ ਦਿੱਤੇ ਕਿ ਮੈਂ ਭਗਵੰਤ ਮਾਨ ਨੇ ਗੁਜਰਾਤ ਇਲੈਕਸ਼ਨ 'ਚ ਕਿ ਮੈਂ FBI ਨਾਲ ਗੱਲ ਕਰਕੇ ਅਰੈਸਟ ਕਰਾਇਆ, ਇਹ ਕਰਾਇਆ, ਐਡਾ ਵੱਡਾ ਝੂਠ। ਮੈਨੂੰ ਲੱਗਦਾ ਹੈ ਕਿ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਐਜ ਏ ਝੂਠ ਚੀਫ ਮਿਨਿਸਟਰ ਬਣ ਕੇ ਐਜ ਏ ਝੂਠ ਬੋਲ ਰਿਹਾ। ਜਦੋਂ ਕਲਾਕਾਰ ਸੀ ਪਹਿਲੇ ਜਾਂ ਹੋਰ ਸੀ ਉਦੋਂ ਗੱਲਾਂ ਹੋਰ ਸੀ, ਹੁਣ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਐਂਡ ਜਿਹੜੀ ਅਥਾਰਟੀ ਇਹਦੇ ਕੋਲ ਇੱਕ ਜ਼ਿੰਮੇਵਾਰ ਪੋਜੀਸ਼ਨ 'ਚ ਬਹਿ ਕੇ ਅਥਾਰਟੀ ਮਿਲੀ ਹੈ। ਐਜ ਏ ਬਿਆਨ ਦੇਣੇ ਮੈਨੂੰ ਲੱਗਦਾ ਬਹੁਤ ਇਰਰਿਸਪੌਂਸਿਬਲ ਬਿਹੇਵੀਅਰ ਹੈ ਚੀਫ ਮਿਨਿਸਟਰ ਦਾ। इन्हों अपोलोजाइज करना चाहिए पंजाब जनता को। श्री गुरु ग्रंथ साहब की आज बेअदबी बादल साहब 2024 की लोकसभा को लेकर क्या आज बेअदबी हुई है मंसूरपुर जालंधर में, उसके लिए आप क्या? मैं बड़ी दुख की गल है, पता लग गया है कि गुरु ग्रंथ साहब महाराज की बेअदबी की घटना हुई है। सरकार को इमीडिएटली दोषियों फड़ना चाहिए, एक्शन लेना होना चाहिए। बादल साहब 2000 सो वेखो टू बी वेरी ऑनेस्ट ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਕੁਝ ਜੋ ਲੋਕਾਂ ਨੇ ਉਹ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ ਮੈਨੂੰ ਲੱਗਦਾ ਇਹਦੇ ਤੇ ਕੁਐਸਚਨ ਮਾਰਕ ਹੈਗਾ। ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਕੁਝ ਉਹਦੇ ਬਾਰੇ ਲਿਖ ਕੇ ਦਿੱਤਾ ਹੋਵੇ, ਹਿੰਦੁਸਤਾਨ ਦੀ ਸਰਕਾਰ ਨਾ ਕਿ ਪੰਜਾਬ ਸਰਕਾਰ। ਗਵਰਨਮੈਂਟ ਆਫ ਪੰਜਾਬ ਨੂੰ ਮੈਨੂੰ ਲੱਗਦਾ ਨਹੀਂ ਕਿ ਯੂਨਾਈਟਿਡ ਸਟੇਟ ਜਾਂ ਕੋਈ ਵੀ ਜਿਹੜਾ ਸਰਕਾਰ ਹੈ ਦੇਸ਼ ਹੈ ਉਹ ਜਵਾਬਦੇਹ ਹੈਗਾ। ਹਾਂ, ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕੁਝ ਕਾਰਨਾਂ ਦੇ ਕਰਕੇ ਜਿਹੜੀਆਂ ਸਮਝੌਤਿਆਂ ਦੇ ਤਹਿਤ ਇਹੋ ਜਿਹੇ ਲੋਕਾਂ ਦੀ ਜੋ ਇਨਫੋਰਮੇਸ਼ਨ ਹੋ ਸਕਦਾ ਹੈ ਹੋਮ ਮਿਨਿਸਟਰੀ ਦੁਆਰਾ, ਐਕਸਟਰਨਲ ਅਫੇਅਰ ਮਿਨਿਸਟਰੀ ਦੁਆਰਾ ਗੱਲ ਕੀਤੀ ਹੋਵੇ ਤਾਂ ਸ਼ਾਇਦ ਕੋਈ ਕਾਰਵਾਈ ਉਸ ਵਿਅਕਤੀ ਤੇ ਹੋਈ ਹੋਵੇ। ਸੋ ਮੈਨੂੰ ਤਾਂ ਪਹਿਲੇ ਦਿਨ ਹੀ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਖਬਰ ਇਮੀਡੀਏਟਲੀ ਇੱਥੋਂ ਆਉਣੀ, ਆਈਦਰ ਇਹਦੀ ਪੁਸ਼ਟੀ ਐਕਸਟਰਨਲ ਅਫੇਅਰ ਮਿਨਿਸਟਰੀ ਕਰਦੀ, ਆਈਦਰ ਕੋਈ ਹੋਮ ਮਿਨਿਸਟਰੀ ਕਰਦੀ, ਤਦ ਇਹ ਗੱਲ ਕੋਈ ਅਥੈਂਟਿਕ ਮੰਨੀ ਜਾ ਸਕਦੀ। ਫਿਰ ਕਿਉਂ ਮੁੱਖ ਮੰਤਰੀ ਨੇ ਤੁਹਾਨੂੰ ਲੱਗਦਾ ਦਾਅਵਾ ਕੀਤਾ? ਇਹ ਤਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਹੀ ਪੁੱਛ ਸਕਦੇ ਹੋ ਕਿ ਤੁਸੀਂ ਇਹ ਗੱਲ ਕਿਉਂ ਕਹੀ। ਇਹਦਾ ਜਵਾਬ ਰਾਜਾ ਵੜਿੰਗ ਤਾਂ ਨਹੀਂ ਦੇ ਸਕਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਕਿਉਂ ਕਹੀ ਕਿ ਕੁਝ ਕਿਹੜੇ ਉਹ ਕਾਰਨ ਸਨ। ਹੋ ਸਕਦਾ ਗੁਜਰਾਤ ਚੁਣਾਵ ਨੂੰ ਲੈ ਕੇ ਕਹਦੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ। ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ, ਮਾਰ ਰਹੇ ਨੇ। ਸੋ ਹੋ ਸਕਦਾ ਇਹ ਪੋਲੀਟੀਕਲ ਸਟੰਟ ਹੋਵੇ। ਅੱਜ ਕੱਲ जुमला भी बहुत चल रहे हैं। पर वरिंद साहब देखा जाए ਜਿਹੋ ਜਿਹੀ ਸਿਚੁਏਸ਼ਨ ਖੜੀ ਹੋਈ ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਹਿ ਰਹੀ ਆ, ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰ ਇੱਕ ਗੈਂਗਸਟਰ ਬੈਠਾ ਕਹਿ ਰਿਹਾ ਜੀ ਗੱਲ ਕੋਈ ਹੈ ਹੀ ਨਹੀਂ। ਲੋਕ ਕਿਤੇ ਵਿਸ਼ਵਾਸ ਕਰਨਗੇ? ਯਾਰ ਦੇਖੋ, ਪਹਿਲਾਂ ਤਾਂ ਤੁਸੀਂ ਹੌਸਲਾ ਦੇਖੋ। ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਤੇ ਬੰਦੇ ਦੀਆਂ ਲੱਤਾਂ ਕੰਬਣੀਆਂ ਚਾਹੀਦੀਆਂ ਵੈਸੇ। ਸੋ ਇੱਕ ਬੰਦਾ ਗੈਂਗਸਟਰ ਉਲਟਾ ਇਹ ਕਹੇ ਕਿ ਮੁੱਖ ਮੰਤਰੀ ਨੂੰ ਪਤਾ ਹੀ ਕੁਝ ਨਹੀਂ, ਐਵੇਂ ਧੂੜ 'ਚ ਟੱਟੂ ਦੱਬੀ ਜਾਂਦੇ ਆ। ਸੋ ਐਡੀ ਵੱਡੀ ਗੱਲ ਕਰਨੀ, ਮੈਂ ਸਮਝਦਾ ਕਿ ਇਹੋ ਜੀ ਗੱਲ ਝੂਠੀ ਵੀ ਨਹੀਂ ਕਰਨੀ ਚਾਹੀਦੀ। ਪਰ ਉਸ ਤੋਂ ਬਾਅਦ ਵੱਖ-ਵੱਖ ਮੀਡੀਆ ਸੈਂਟਰਸ ਨੇ, ਵੱਖ-ਵੱਖ ਆਪੋਜੀਸ਼ਨ ਦੇ ਲੀਡਰਸ ਨੇ, ਆਮ ਲੋਕਾਂ ਨੇ ਸਵਾਲ ਚੁੱਕੇ ਕਿ ਜਦੋਂ ਇਹ ਗੱਲ ਹੈ ਨਹੀਂ ਸੀ ਤਾਂ ਤੁਸੀਂ ਇਹ ਕਹੀ ਕਿਉਂ ਆਏ? ਇਹਦੇ ਤੇ ਕੋਈ ਪੁਸ਼ਟੀ ਕਰੋ। DGP ਸਾਹਿਬ ਨੂੰ ਮੈਂ ਵੀ ਟਵੀਟ ਲਿਖਿਆ, CM ਸਾਹਿਬ ਨੂੰ ਲਿਖਿਆ, ਲੇਕਿਨ ਉਹਦੀ ਕੋਈ ਪੁਸ਼ਟੀ ਤਾਂ ਆਉਂਦੀ ਨਹੀਂ। ਜੋ ਜੀ ਕਰਦਾ ਇੱਕ ਤਰਫਾ ਬਿਆਨ ਹੋਣਾ। ਸੋ ਮੈਨੂੰ ਲੱਗਦਾ ਕਿ ਬਿਹਤਰ ਹੋਏਗਾ ਕਿ ਤੁਸੀਂ ਰੋਜ਼ਾਨਾ ਮਿਲਦੇ ਜੁਲਦੇ ਹੋ, ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜੀ ਗੱਲ। ਸੋ ਇਹਦੀ ਵੀ ਖਬਰ ਤੁਸੀਂ ਉਹਨਾਂ ਨੂੰ ਪੁਸ਼ਟੀ ਕਰਾਓ ਕਿ ਮਾਨ ਸਾਹਿਬ ਕਾਰਨ ਕੀ ਸੀਗਾ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਗੋਲਡੀ ਬਰਾੜ ਫੜਿਆ, ਜਾਂ ਹੁਣ ਦੱਸੋ ਵੀ ਇਹ ਹੁਣ ਝੂਠ ਜਿਹੜੀ ਗੱਲ ਹੈ ਉਹ ਮੀਡੀਆ ਤੇ ਆ ਰਿਹਾ ਹੈ ਵੀ ਇਹ ਹੁਣ ਝੂਠਾ ਬੰਦਾ ਹੈ, ਉਹ ਤਾਂ ਫੜਿਆ ਹੋਇਆ ਹੀ ਹੈ। ਵੜਿੰਗ ਸਾਹਿਬ, ਤੁਹਾਡੇ ਸਾਬਕਾ ਸਾਥੀ ਕਮਲਜੀਤ ਬਰਾੜ ਤੁਹਾਡੇ ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ। ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਤਾ, ਕਹਿੰਦੇ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ, 4 ਕਰੋੜ ਟਿਕਟ ਦੇ ਨਾਂ ਤੇ 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਨੂੰ। ਕੋਈ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ। ਕੋਈ ਗੱਲ ਫਿਰ ਕੀ ਗੱਲ ਕਹਿੰਦੇ ਹੀ ਹੁੰਦੇ ਆ ਲੋਕ।
ਇਲਜ਼ਾਮਤ ਲੱਗਦੀ ਹੁੰਦੀ ਹੈ ਅੱਜ ਕੀ ਗੱਲ। ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ ਔਰ ਉਸ ਮੈਂ ਬੇਬਸ ਫਿਰ ਬਾਪ ਤੇ ਕਹਾਂਗਾ ਦਬਾਅ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਆ, ਰਾਜਾ ਵੜਿੰਗ ਕਿਵੇਂ ਦੇ ਸਕਦੇ, ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂਗਾ ਵੀ ਲਏ। ਪਿਆਰੀ ਗੱਲ ਹੈ, ਸਿਆਣੇ ਹੋਣ, ਐਵੇਂ ਕਿਹੜੀ ਗੱਲ ਮੀਡੀਆ ਤੇ ਕਹੋ। ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦੱਸ ਸਕਦੇ। ਔਰ ਪੰਜਾਬ 'ਚ ਕਰੋੜਾਂ ਰੁਪਏ ਦੇ ਡਰੱਗ ਮਾਫੀਏ ਦੀ ਪੁਸ਼ਤ ਪਨਾਈ ਦੇਣ ਵਾਲੇ ਵਿਕਰਮ ਸਿੰਘ ਮਜੀਠੀਆ ਅੱਜ ਉਸ ਮੁੱਖ ਮੰਤਰੀ ਤੇ ਸਵਾਲ ਖੜਾ ਕਰ ਰਿਹਾ ਜਿਹਦੀ ਪਿਛਲੀ 8 ਸਾਲ ਦੀ ਜ਼ਿੰਦਗੀ 'ਚ ਇੱਕ ਵੀ ਸਿੰਗਲ ਔਰ ਤੇ ਐਲੀਗੇਸ਼ਨ ਹੀ ਨਾ ਕਰਪਸ਼ਨ ਦਾ, ਨਾ ਗੈਂਗਸਟਰ ਨੂੰ ਪੁਸ਼ਤ ਪਨਾਈ ਦਾ, ਨਾ ਕਿਸੇ ਗਲਤ ਬੰਦੇ ਨਾਲ ਨਾ ਜੁੜਦਾ। ਮਤਲਬ ਕਿੱਡੀ ਹਾਸੋਹੀਣੀ ਗੱਲ ਹੈ ਕਿ 100 ਚੂਹੇ ਖਾ ਕੇ ਤੇ ਬਿੱਲੀ ਹੱਜ ਕੋ ਚੱਲੀ। ਮਜੀਠੀਆ ਸਾਹਿਬ ਦਾ ਤੇ ਉਹ ਹਾਲ ਹੈ। ਤੁਸੀਂ ਆਪਣੇ ਖਜ਼ਾਨੇ ਨੂੰ ਭਰਨ ਵਾਸਤੇ, ਪਰਸਨਲ ਖਜ਼ਾਨੇ ਨੂੰ ਭਰਨ ਵਾਸਤੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਨੌਜਵਾਨ ਚਾਹੇ ਉਹ ਜਲੰਧਰ ਦੇ ਸਪੋਰਟਸ ਸਕੂਲ 'ਚ ਖਿਡਾਰੀ ਬਣਨ ਗਏ ਸੀ ਜਾਂ ਡੀਏਵੀ ਕਾਲਜ 'ਚ ਆ ਕੇ ਆਪਣੀ ਐਜੂਕੇਸ਼ਨ ਜਿਹਦੇ ਰਾਹੀਂ ਉਹ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਸੀ, ਇੱਕ ਸ਼ਾਨਦਾਰ ਕੈਰੀਅਰ ਬਣਾਉਣ ਵਾਸਤੇ ਆਏ ਸੀ, ਤੁਸੀਂ ਲਗਾਤਾਰ ਹੋਇਆ ਕੀ ਆ, ਛੋਟੇ ਇੰਸੀਡੈਂਟ, ਕੋਈ ਘਟਨਾਵਾਂ ਕਰਕੇ, ਹਰਕਤਾਂ ਕਰਕੇ, ਕ੍ਰਾਈਮ ਕਰਕੇ ਇਹ ਨੌਜਵਾਨ, ਇਹਨਾਂ ਨੂੰ ਟੋਕਣਾ ਕੀ ਸੀ, ਸੁਧਾਰਨਾ ਕੀ ਸੀ, ਉਲਟਾ ਹੱਲਾਸ਼ੇਰੀ ਦਿੱਤੀ ਗਈ। ਔਰ ਹੱਲਾਸ਼ੇਰੀ ਦਾ परिणाम ਇਹ ਹੋਇਆ ਕਿ ਤੁਸੀਂ 2011 ਤੋਂ ਬਾਅਦ ਰਿਕਾਰਡ ਕੱਢ ਲਓ, ਪੰਜਾਬ 'ਚ ਹਰ ਸਾਲ ਜਾਂ ਤੇ ਇੱਕ ਅਕਾਲੀ ਦਲ ਨਾਲ ਸੰਬੰਧਿਤ ਨੌਜਵਾਨ ਦਾ ਕਤਲ ਹੋਇਆ ਦਿਨ ਦਿਹਾੜੇ, ਜਾਂ ਫਿਰ ਕਾਂਗਰਸ ਨਾਲ ਸੰਬੰਧਿਤ ਕਿਸੇ ਯੂਥ ਲੀਡਰ ਦਾ ਕਤਲ ਹੋਇਆ ਦਿਨ ਦਿਹਾੜੇ। ਔਰ ਇੱਕ ਪੂਰੀ ਲਿਸਟ ਹੈ, ਕਿਸੇ ਨਾਲ ਮਜੀਠੀਆ ਸਾਹਿਬ ਦਾ ਨਾਂ ਜੁੜਦਾ, ਕਿਸੇ ਨਾਲ ਰਾਜਾ ਵੜਿੰਗ ਸਾਹਿਬ ਦਾ ਨਾਂ ਜੁੜਦਾ। ਮਤਲਬ ਕਾਂਗਰਸ ਔਰ ਅਕਾਲੀ ਦਲ ਦੇ ਇਹ ਪੂਰੀ ਇੱਕ ਹਿਸਟਰੀ ਹੈ, ਇਹ ਔਨ ਰਿਕਾਰਡ ਹੈ, ਮੈਂ ਕੋਈ ਝੂਠ ਨਹੀਂ ਬੋਲ ਰਿਹਾ। ਤੇ ਅੱਜ ਤੁਸੀਂ 6 ਮਹੀਨੇ ਹੋਏ ਸੱਤਾ ਤੋਂ ਬਾਹਰ ਹੋਇਆ ਨੂੰ, ਤੇ ਤੁਹਾਡੇ ਕੋਲ ਜਰਿਆ ਨਹੀਂ ਜਾ ਰਿਹਾ। ਤੁਹਾਨੂੰ ਐਕਚੁਅਲ 'ਚ ਮੁਸ਼ਕਲ ਇਹਨਾਂ ਦੀ ਇਹ ਆ, ਇਹਨਾਂ ਨੂੰ ਗੋਲਡੀ ਬਰਾੜ ਦੀ ਇਨਫੋਰਮੇਸ਼ਨ ਦੀ ਜਲਦਬਾਜ਼ੀ ਇਹ ਆ ਕਿ ਇਹ ਦੇਖਣਾ ਚਾਹੁੰਦੇ ਆ ਕਿ ਸਰਕਾਰੀ ਕਾਰਵਾਈ ਕਿਹੜੇ ਪਾਸੇ ਨੂੰ ਜਾ ਰਹੀ ਹੈ। ਯਾਨੀ ਕਿ ਜਿਹੜੇ ਲੋਕਾਂ ਨੇ ਰਾਜਨੀਤਿਕ ਪੁਸ਼ਤ ਪਨਾਈ ਨੂੰ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ, ਉਹ ਪੁਸ਼ਤ ਪਨਾਈ ਦੇਣ ਵਾਲੇ ਆਕਾ ਬਚਣੇ ਉਹ ਵੀ ਨਹੀਂ ਗਏ। ਇਹਨਾਂ ਨੂੰ ਇਸ ਕਰਕੇ ਜਲਦਬਾਜ਼ੀ ਰਹਿੰਦੀ ਆ। ਔਰ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ, ਮਤਲਬ ਜਿਹੜੇ ਬੰਦੇ ਨੇ ਸਿੱਧੂ ਮੂਸੇਵਾਲਾ ਸਾਹਿਬ ਦੇ ਕਤਲ ਦਾ ਮੇਨ ਕਨਸੀਪਰੇਟਰ ਹੈ ਔਰ ਮੰਨਦਾ ਹੈ, ਉਹਦੀਆਂ ਗੱਲਾਂ ਤੇ ਮਜੀਠੀਆ ਸਾਹਿਬ ਨੂੰ ਭਰੋਸਾ ਹੋ ਜਾਂਦਾ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਖੜੇ ਕਰ ਦਿੰਦਾ। ਤੁਸੀਂ ਦੇਖਿਆ ਅਲੱਗ-ਅਲੱਗ ਜਥੇਬੰਦੀਆਂ ਤੋਂ, ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਇਸੇ ਮੁੱਦੇ ਤੇ ਕੀ ਬਿਆਨ ਦਿੱਤੇ, ਕਿਉਂਕਿ ਗੋਲਡੀ ਬਰਾੜ ਨੂੰ ਫੜਨਾ, ਉਹਦੇ ਨਾਲ ਕਈ ਮਾਮਲੇ ਜੁੜੇ ਹੋਏ ਆ। ਹਾਈ ਪ੍ਰੋਫਾਈਲ ਮਰਡਰ ਕੇਸ, ਸਿੱਧੂ ਮੂਸੇਵਾਲਾ ਦਾ ਮਰਡਰ ਕੇਸ, ਉਹਦੇ ਵਿੱਚ ਵੀ ਹਮੇਸ਼ਾ ਗੋਲਡੀ ਬਰਾੜ ਦਾ ਨਾਮ ਸਭ ਤੋਂ ਉੱਪਰ ਆਇਆ, ਭਾਵੇਂ ਕਿ ਜਿੰਨੇ ਵੀ ਸ਼ੂਟਰ ਸੀਗੇ ਉਹ ਫੜੇ ਗਏ ਜਾਂ ਉਹ ਮਾਰ ਦਿੱਤੇ ਗਏ ਐਨਕਾਊਂਟਰ ਦੇ ਵਿੱਚ, ਪਰ ਫਿਰ ਵੀ ਗੋਲਡੀ ਬਰਾੜ ਨੇ ਕਿਉਂਕਿ ਜ਼ਿੰਮੇਵਾਰੀ ਲਈ ਸੀ ਫੇਸਬੁੱਕ ਤੇ ਆ ਕੇ, ਤੇ ਗੋਲਡੀ ਬਰਾੜ ਨੂੰ ਫੜਨਾ ਕਿੰਨਾ ਕੁ ਜ਼ਰੂਰੀ ਆ ਪੰਜਾਬ ਦੇ ਲਈ। ਤੇ ਜਿਹੜੇ ਬਿਆਨ ਆਏ, ਜਿਵੇਂ ਪੰਜਾਬ ਸਰਕਾਰ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿੱਚ ਡਿਟੇਨ ਕੀਤਾ ਜਾ ਚੁੱਕਾ ਹੈ, ਉਸ ਤੋਂ ਬਾਅਦ ਗੋਲਡੀ ਬਰਾੜ ਦੇ ਆ ਫੇਸਬੁੱਕ ਪੋਸਟ ਆਉਣੀ, ਫਿਰ ਇੱਕ ਫੋਨ ਤੇ ਉਹਨਾਂ ਨੇ ਜੋ ਇੰਟਰਵਿਊ ਦਿੱਤਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਤੋਂ ਲੋਕ ਜੁੜੇ ਨੇ। ਸਵਾਗਤ ਕਰਦੇ ਹਾਂ ਸ਼ਸ਼ੀਕਾਂਤ ਜੀ ਦਾ, ਐਕਸ ਡੀਜੀਪੀ ਪੰਜਾਬ ਨੇ। ਬਹੁਤ ਲੰਬਾ ਸਮਾਂ ਇਹਨਾਂ ਨੇ ਪੰਜਾਬ ਪੁਲਿਸ ਦੇ ਲਈ ਚੰਗਾ ਆਪਣਾ ਕੰਮ ਕੀਤਾ ਤੇ ਸੇਵਾ ਨਿਭਾਈ ਹੈ।
ਪੰਜਾਬ ਪੁਲਿਸ ਦੀ ਵਰਕਿੰਗ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਕ੍ਰਿਮੀਨਲਸ ਦੀ ਮਾਨਸਿਕਤਾ ਨੂੰ ਖਾਸ ਕਰ ਚੰਗੀ ਤਰ੍ਹਾਂ ਸਮਝਦੇ ਨੇ। ਜਗਮੀਤ ਢਿੱਲੋਂ ਜੀ ਨੇ, ਕਾਂਗਰਸ ਤੋਂ ਨੇ, ਬਹੁਤ ਬਹੁਤ ਸਵਾਗਤ ਹੈ ਸਰ। ਡੀਜੀਪੀ ਸਾਹਿਬ, ਤੁਹਾਡੇ ਨਾਲ ਗੱਲ ਸ਼ੁਰੂਆਤ ਕਰਦੇ ਹਾਂ। ਜੋ ਅਸੀਂ ਦੇਖ ਰਹੇ ਹਾਂ, ਜੋ ਕੁਝ ਵਾਕਏ ਹੋ ਰਹੇ ਆ ਕਿ ਪਹਿਲਾਂ ਖਬਰ ਆਉਂਦੀ ਆ, ਪੰਜਾਬ ਸਰਕਾਰ ਕਹਿੰਦੀ ਹੈ, ਪੰਜਾਬ ਦੇ ਸੀਐਮ ਕਹਿੰਦੇ ਆ ਕਿ ਜੀ ਅਸੀਂ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਕੈਲੀਫੋਰਨੀਆ ਦੇ ਵਿੱਚ ਤੇ ਉਹਨੂੰ ਲਿਆਉਣ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਤੇ ਉਹਨੂੰ ਕਦੋਂ ਲਿਆਂਦਾ ਜਾਊਗਾ, ਕਿਵੇਂ ਲਿਆਂਦਾ ਜਾਊਗਾ, ਪ੍ਰੋਸੈਸ ਸ਼ੁਰੂ ਹੋ ਚੁੱਕਿਆ। ਪਰ ਦੂਜੇ ਪਾਸੇ ਜਿਵੇਂ ਅਸੀਂ ਖਬਰਾਂ 'ਚ ਦੇਖਦੇ ਹਾਂ, ਸੋਸ਼ਲ ਮੀਡੀਆ 'ਚ ਦੇਖਦੇ ਹਾਂ ਇਹ ਸਭ ਕੁਝ, ਤੇ ਕੀ ਲੱਗਦਾ ਸੱਚਾਈ ਕਿੱਥੇ ਕੁ ਹੈ? ਦੇਖੋ, ਸੱਚਾਈ ਕਿੱਥੇ ਹੈਗੀ ਹੈ ਇਹ ਤਾਂ ਕਹਿਣਾ ਔਖਾ ਹੈਗਾ, ਕਿਉਂਕਿ ਮੇਰੇ ਕੋਲ ਕੋਈ ਸੋਰਸਿਸ ਨਹੀਂ ਹੈਗੇ ਨੇ। ਪਰ ਮੈਂ ਇਸ ਗੱਲ ਦੇ ਉੱਤੇ ਚਾਨਣ ਜ਼ਰੂਰ ਪਾਉਣਾ ਚਾਹੁੰਦਾ ਹੈਗਾ, ਸਿਸਟਮ ਕੀ ਹੈਗਾ। ਜੇ ਕੋਈ ਬੰਦਾ ਇੱਥੇ ਕੋਈ ਕ੍ਰਾਈਮ ਕਰਕੇ ਵਿਦੇਸ਼ 'ਚ ਨੱਠ ਗਿਆ ਹੈਗਾ, ਜਿਸ ਤਰ੍ਹਾਂ ਕਿ ਗੱਲ ਆ ਰਹੀ ਹੈਗੀ ਹੈ, ਬਾਹਰੋਂ ਉਹਨੇ ਇਨਸਾਈਟ ਕੀਤਾ ਹੈ, ਜਿਸ ਤਰ੍ਹਾਂ ਗੋਲਡੀ ਬਰਾੜ ਦੀ ਗੱਲ ਆ ਰਹੀ ਹੈਗੀ ਹੈ, ਪ੍ਰੋਸੀਜਰ ਇਹ ਹੈਗਾ ਕਿ ਜਿਹੜਾ ਉਹਦਾ ਕ੍ਰਾਈਮ ਹੈਗਾ ਉਹਦੇ ਬਾਰੇ ਸਟੇਟ ਪੁਲਿਸ ਜਿਹੜੀ ਹੈਗੀ ਹੈ CBI ਨੂੰ ਲਿਖਦੀ ਹੈਗੀ ਹੈ, ਕਿਉਂਕਿ ਜਿਹੜਾ ਇੰਟਰਪੋਲ ਹੈਗਾ ਉਹਦੇ ਜਿਹੜਾ ਬੋਰਡ ਹੈਗਾ ਲਿਓਨਸ ਫਰਾਂਸ ਦੇ ਵਿੱਚ, ਉਹਦੇ ਵਿੱਚ CBI ਆਫੀਸ਼ੀਅਲੀ ਰਿਪਰੈਜ਼ੈਂਟ ਕਰਦੀ ਹੈਗੀ ਹੈ ਭਾਰਤ ਸਰਕਾਰ ਨੂੰ। ਜੀ ਜਦੋਂ ਫੈਕਟਸ ਉਹਨਾਂ ਦੇ ਕੋਲ ਆ ਜਾਂਦੇ ਹੈਗੇ ਨੇ, ਉਨ ਫੈਕਟਸ ਦੇ ਬਿਨਾਂ ਤੇ ਉਹ ਇੰਟਰਪੋਲ ਆਪਣਾ ਇੱਕ ਨੋਟਿਸ ਜਾਰੀ ਕਰਦੀ ਹੈ। ਇੰਟਰਪੋਲ ਦੱਸਦਿਆਂ ਮੈਂ 8 ਕਿਸਮ ਦੇ ਨੋਟਿਸ ਜਾਰੀ ਕਰਦੀ ਹੈਗੀ ਹੈ, ਵੱਖ-ਵੱਖ ਰੰਗ ਦੇ ਹੈਗੇ ਨੇ, ਜਿਹੜਾ ਕਿ ਹਰ ਕ੍ਰਾਈਮ ਨੂੰ ਡਿਨੋਟ ਕਰਦਾ ਹੈਗਾ। ਰੈੱਡ ਕਾਰਨਰ ਨੋਟਿਸ ਦਾ ਮਤਲਬ ਹੁੰਦਾ ਹੈ ਕਿ ਇਸ ਬੰਦੇ ਦੀ this person is wanted somewhere, ਔਰ ਇਹਨੂੰ ਜਿੱਥੇ ਵੀ ਦਿਖਦਾ ਹੈਗਾ ਕਿਸੇ ਮੁਲਕ ਦੇ ਵਿੱਚ, ਉੱਥੇ ਇਹਨੂੰ ਆਇਡੈਂਟੀਫਾਈ ਕਰਕੇ ਉੱਥੇ ਰੱਖਿਆ ਜਾਏ ਤਾਂ ਕਿ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਜਿਹੜੀ ਹੈਗੀ ਹੈ ਕੀਤੀ ਜਾ ਸਕਣ। ਇੰਟਰਪੋਲ ਦੇ ਵਿੱਚ 148 or 158 ਕੰਟਰੀਜ਼ ਮੈਂਬਰ ਹੈ ਜੀ। ਓਕੇ, ਜੇ ਬੰਦਾ ਜਿਹੜਾ ਹੈਗਾ ਕਿਸੇ ਸਟੇਟ ਦੇ ਵਿੱਚ, ਕਿਸੇ ਮੁਲਕ ਦੇ ਵਿੱਚ ਆਇਡੈਂਟੀਫਾਈ ਹੋ ਜਾਂਦਾ ਹੈਗਾ, ਉਹਨੂੰ ਉੱਥੇ ਰਿਟੇਨ ਕੀਤਾ ਜਾਂਦਾ ਹੈਗਾ, ਤਾਂ ਜਿਹੜਾ ਜੇ ਪਹਿਲੇ US ਦੀ ਗੱਲ ਆ ਰਹੀ ਸੀ, ਹੋਮਲੈਂਡ ਸਿਕਿਉਰਿਟੀ ਹੋ ਗਈ, ਇਮੀਗ੍ਰੇਸ਼ਨ ਹੋ ਗਿਆ, ਵਾਟਐਵਰ ਇਟ ਇਜ਼, ਉਹ ਜਿਹੜੇ ਹੈਗੇ ਨੇ ਦੇ ਵਿਲ ਇਨਫੋਰਮ ਦ ਇੰਟਰਪੋਲ ਕਿ ਹਾਂ ਇਹ ਬੰਦਾ ਇੱਥੇ ਆਇਡੈਂਟੀਫਾਈ ਹੋਇਆ ਹੈਗਾ। ਇੰਟਰਪੋਲ ਫਿਰ ਇਨਫੋਰਮ ਕਰੇਗੀ CBI ਨੂੰ, CBI ਇਨਫੋਰਮ ਕਰੇਗੀ ਮਿਨਿਸਟਰੀ ਆਫ ਹੋਮ ਅਫੇਅਰਸ ਭਾਰਤ ਸਰਕਾਰ ਦੀ, ਕਿਉਂਕਿ ਉਹਨਾਂ ਥੱਲੇ ਕੰਮ ਕਰਦੀ ਹੈ। ਫਿਰ ਰਿਕੁਐਸਟ ਆਏਗੀ ਪੰਜਾਬ ਪੁਲਿਸ ਨੂੰ, ਕੰਸਰਨ ਪੁਲਿਸ ਜਿਹੜੀ ਸਟੇਟ ਪੁਲਿਸ ਹੈਗੀ ਹੈ, ਕਿ ਇਹ ਬੰਦਾ ਉੱਥੇ ਆਇਡੈਂਟੀਫਾਈ ਹੋ ਗਿਆ ਹੈਗਾ, ਇਹਦੇ ਬਾਰੇ ਜਿਹੜਾ ਕੁਝ ਵੀ ਮਸਾਲਾ ਹੈਗਾ, ਕੇਸਿਸ ਹੈਗੇ ਨੇ, ਉਹ ਤੁਸੀਂ ਦਿਓ ਤਾਂ ਕਿ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਸਟਾਰਟ ਹੋ ਸਕਣ। ਇਹ ਸਾਰੀ ਫੈਕਚੁਅਲ ਪੋਜੀਸ਼ਨ ਹੈਗੀ ਹੈ। ਅਬ ਲੇਟੈਸਟ ਕੀ ਹੋਇਆ ਹੈਗਾ ਕਿ ਮੈਂ ਕਰੀਬ ਕੁਝ ਦਿਨਾਂ ਤੋਂ ਆਪਣੇ ਪਿੰਡ ਗਿਆ ਹੋਇਆ ਸੀ, ਤਾਂ ਆਮ ਨਾਟ ਰੀਲੀ ਅਵੇਅਰ ਕੀ ਹੋਇਆ, ਬਟ ਦਿਸ ਇਜ਼ ਦ ਪ੍ਰੋਸੀਜਰ। ਫਰੈਂਕਲੀ ਇੱਕ ਹੋਰ ਗੱਲ ਹੈਗੀ ਹੈ, ਹਮੇਸ਼ਾ ਤੋਂ ਕਹਿਣਾ ਹੈ, ਮੇਰਾ ਕਿਸੇ ਵੀ ਸਰਕਾਰ ਦੇ ਉੱਤੇ ਕੋਈ ਭਰੋਸਾ ਨਹੀਂ ਹੈਗਾ ਧੇਲੇ ਦਾ, ਚਾਹੇ ਇਹ ਪਾਰਟੀ ਹੋਏ, ਚਾਹੇ ਉਹ ਪਾਰਟੀ ਹੋਏ, ਚਾਹੇ ਕੋਈ ਹੋਰ ਹੋਏ। ਮੈਂ ਜਾਣਨਾ ਹੈਗਾ ਸਿਰਫ ਇੱਕ ਲੀਗਲੀ ਸਟੈਬਲਿਸ਼ਡ ਪ੍ਰੋਸੀਜਰ ਜਿਹੜਾ ਹੈਗਾ ਭਾਰਤ ਸਰਕਾਰ ਦਾ ਅਤੇ ਇੰਟਰਨੈਸ਼ਨਲ ਅਦਾਰਿਆਂ ਦਾ, ਇੰਟਰਪੋਲ ਦਾ। ਦਿਸ ਇਜ਼ ਦ ਫੈਕਚੁਅਲ ਪੋਜੀਸ਼ਨ। ਲੈਟਸ ਵੇਟ ਐਂਡ ਸੀ ਵਾਟ ਇਜ਼ ਦ ਆਊਟਕਮ। ਥੈਂਕ ਯੂ ਜੀ। ਲੋਕੇਸ਼ ਨਾਰੰਗ ਜੀ ਵੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਵਾਗਤ ਹੈ ਜੀ। RPS ਮਲਹੋਤਰਾ ਜੀ ਜੁੜੇ ਨੇ ਆਮ ਆਦਮੀ ਪਾਰਟੀ ਤੋਂ, ਬਹੁਤ ਬਹੁਤ ਸਵਾਗਤ ਹੈ ਜੀ। RPS ਜੀ, ਜਿਵੇਂ ਗੱਲਬਾਤ ਹੋ ਰਹੀ ਹੈ, ਅਸੀਂ ਦੇਖ ਰਹੇ ਹਾਂ ਕਿ ਆਰੋਪ ਲੱਗ ਰਹੇ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਵੈਰੀਫਾਈ ਕੀਤੇ ਬਿਆਨ ਦੇ ਦਿੱਤਾ ਜਾਂ ਗੋਲਡੀ ਬਰਾੜ ਨਹੀਂ ਫੜਿਆ ਗਿਆ, ਇਸ ਤਰ੍ਹਾਂ ਦੇ ਆਰੋਪ ਲੱਗ ਰਹੇ ਆ ਤੇ ਉਹਦਾ ਸਪਸ਼ਟੀਕਰਨ ਵੀ ਓਬਵੀਅਸਲੀ ਤੁਹਾਡੀ ਪਾਰਟੀ ਨੇ ਦਿੱਤਾ ਹੈ। ਪਰ ਕੀ ਹੈ, ਲੋਕਾਂ ਦੇ ਵਿੱਚ ਇਹ ਜਿਹੜੀ ਅਫਵਾਹ ਹੈ ਉਹ ਬਹੁਤ ਤੇਜ਼ੀ ਨਾਲ ਕਿਉਂ ਫੈਲ ਰਹੀ ਹੈ ਤੇ ਲੋਕਾਂ ਨੂੰ ਸ਼ੱਕ ਕਿਉਂ ਹੋ ਰਿਹਾ ਆਮ ਆਦਮੀ ਪਾਰਟੀ ਤੇ? ਅਮਨਦੀਪ ਜੀ, ਆਰੋਪ ਕੌਣ ਲਗਾ ਰਿਹਾ? ਵਿਰੋਧੀ ਧਿਰਾਂ ਲਾ ਰਹੀਆਂ ਜੀ ਆਰੋਪ। ਦੇਖੋ, ਇਹ ਹੁਣ ਆਪਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਨਾ ਕਿ ਦੋਨੋਂ ਪਾਸੇ ਜਿਹੜੇ ਲੋਕ ਨੇ ਕਿਹੜਾ ਜ਼ਿਆਦਾ ਭਰੋਸੇਯੋਗ ਇਨਸਾਨ ਹੈਗਾ ਜੀ। ਇੱਕ ਪਾਸੇ ਮੁੱਖ ਮੰਤਰੀ ਹੈਗਾ। ਆਨਲਾਈਨ ਫॉर ਸਮ ਟੀਵੀ ਪਲੀਜ਼, ਆਲ ਕਾਲ ਯੂ ਅਪ ਲੇਟਰ ਪਲੀਜ਼। ਥੈਂਕ ਯੂ ਜੀ 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 ਮਲਹੋਤਰਾ ਸਾਹਿਬ। ਇੱਕ ਪਾਸੇ ਇੱਕ ਮੁੱਖ ਮੰਤਰੀ ਹੈਗਾ ਜੀ, ਜਿਹੜਾ ਪਹਿਲਾਂ 2 ਵਾਰੀ ਸੰਸਦ ਵੀ ਰਿਹਾ ਹੈਗਾ, ਔਰ ਜਿਹਦਾ ਇੱਕ ਅਕਸ ਵੀ ਹੈਗਾ ਕਿ ਬਈ ਉਹ ਸਮਾਜ ਲਈ ਕੰਮ ਕਰਦਾ, ਸੱਚਾ ਸੁੱਚਾ ਇਮਾਨਦਾਰ ਆਦਮੀ ਹੈ, ਜ਼ਿੰਮੇਵਾਰ ਆਦਮੀ ਹੈ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਨਸ਼ੇ ਦੇ ਤਸਕਰਾਂ ਦੀ ਜਿਹੜੀ ਆ ਪੁਸ਼ਤਪਨਾਹੀ ਕਰਦੇ ਰਹੇ, ਉਹਨਾਂ ਨੂੰ ਆਪਣੀਆਂ ਗੱਡੀਆਂ ਦਿੰਦੇ ਰਹੇ, ਸਿਕਿਉਰਿਟੀ ਦਿੰਦੇ ਰਹੇ, ਆਪਣੀ ਕੋਠੀ ਦਿੰਦੇ ਰਹੇ, ਜਾਂ ਜਿਹੜੇ ਉਹਨਾਂ ਤੋਂ ਪੰਜਾਬ ਵਿੱਚ ਵਪਾਰੀਆਂ ਤੋਂ ਹਿੱਸੇ ਮੰਗਦੇ ਰਹੇ, ਉਹ ਲੋਕ ਨੇ। ਸੋ ਇਹ ਤਾਂ ਆਪਾਂ ਦੇਖਣਾ ਹੈ ਨਾ ਕਿ ਭਰੋਸੇਯੋਗ ਕੌਣ ਹੈ, ਪੰਜਾਬ ਦੇ ਹੱਕ ਵਿੱਚ ਕੌਣ ਹੈ, ਸੱਚਾ ਸੁੱਚਾ ਕੌਣ ਹੈਗਾ।
ਸੋ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਹੈਗੀ ਹੈ। ਮੁੱਖ ਮੰਤਰੀ ਸਾਹਿਬ ਨੇ ਜਿਹੜੀ ਵੀ ਕੋਈ ਸਟੇਟਮੈਂਟ ਦਿੱਤੀ ਹੈ ਉਹ ਬੜਾ ਸੋਚ ਸਮਝ ਕੇ ਔਰ ਵੈਰੀਫਾਈ ਕਰਕੇ ਦਿੱਤੀ ਹੈ। ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਕੋਲੇ ਸਿੱਧੀ ਸਟੇਟਮੈਂਟ ਨਹੀਂ ਆਈ ਕੋਈ ਯੂਐਸ ਤੋਂ, ਜਿਵੇਂ ਡੀਜੀਪੀ ਸਾਹਿਬ ਕਹਿ ਰਹੇ ਸੀ, ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇੰਟਰਨੈਸ਼ਨਲ ਕਮਿਊਨੀਕੇਸ਼ਨ ਦਾ ਇੱਕ ਪ੍ਰੋਟੋਕੋਲ ਹੈਗਾ, ਇੱਕ ਉਧਰੋਂ ਨੈਸ਼ਨਲ ਏਜੰਸੀ ਟੂ ਨੈਸ਼ਨਲ ਏਜੰਸੀ ਕਮਿਊਨੀਕੇਟ ਹੋਏਗਾ ਤੇ ਸੈਂਟਰਲ ਗਵਰਨਮੈਂਟ ਕੋਲ ਪਹਿਲਾਂ ਜਾਏਗਾ, ਉਸ ਤੋਂ ਬਾਅਦ ਸਟੇਟ ਗਵਰਨਮੈਂਟ ਕੋਲ ਆਏਗਾ ਔਰ ਸੈਂਟਰਲ ਗਵਰਨਮੈਂਟ ਕੋਲ ਇਹ ਆ ਚੁੱਕਾ ਹੈਗਾ। ਔਰ ਤਾਂ ਇਹੀ ਰੀਜ਼ਨ ਹੈਗਾ ਕਿ ਇੰਨੇ ਦਿਨ ਹੋ ਗਏ, 3-4 ਦਿਨ ਹੋ ਗਏ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਤੇ ਕੇਂਦਰ ਵੱਲੋਂ ਇਸ ਦਾ ਕੋਈ ਰਿਬਟਲ ਨਹੀਂ ਆਇਆ, ਕੋਈ ਡਿਨਾਇਲ ਨਹੀਂ ਆਇਆ। ਸੋ ਇਸ ਦੈਟ ਸ਼ੋਜ਼ ਕਿ ਜਿਹੜੀ ਖਬਰ ਹੈਗੀ ਹੈ ਸੱਚੀ ਹੈ। ਜੀ ਬਿਲकुल। नारंग साहब, जो आरोप लग रहे हैं वो आरपीएस मल्होत्रा जी का कहना है कि केंद्र सरकार भी ਉਹਦੇ ਵਿੱਚ ਇਨਵੋਲਵ ਹੈ, ਲੂਪ ਦੇ ਵਿੱਚ ਹੈ, ਉਹਨਾਂ ਕੋਲ ਪੂਰੀ ਜਾਣਕਾਰੀ ਹੈ ਕਿ ਡਿਟੇਨ ਕੀਤਾ ਗਿਆ ਗੋਲਡੀ ਬਰਾੜ ਨੂੰ, ਕਿੱਥੇ ਕੀਤਾ ਗਿਆ, ਕਦੋਂ ਕੀਤਾ ਗਿਆ, ਉਹ ਸਾਰੀ ਜਾਣਕਾਰੀ ਕੇਂਦਰ ਸਰਕਾਰ ਕੋਲ ਵੀ ਹੈ। ਪਹਿਲਾਂ ਕੇਂਦਰ ਸਰਕਾਰ ਕੋਲ ਆਈ, ਫਿਰ ਪੰਜਾਬ ਸਰਕਾਰ ਕੋਲ ਆਈ। देखो अमनदीप जी, ऐसा है कि ਆਪਾਂ ਨੂੰ ਡੀਜੀਪੀ ਸਾਹਿਬ ਨੇ ਬੜਾ ਕਲੀਅਰ ਦੱਸਿਆ ਹੈ ਕਿ ਪ੍ਰੋਸੀਜਰ ਕੀ ਆ, ਐਕਸਟ੍ਰੈਡੀਸ਼ਨ ਦਾ ਪ੍ਰੋਸੀਜਰ ਕੀ ਆ। ਬਿਲਕੁਲ। ਤੇ ਜੇ ਪ੍ਰੋਸੀਜਰ ਦੇ ਵਿੱਚ ਸੈਂਟਰਲ ਏਜੰਸੀਜ਼ ਦੇ ਕੋਲ ਇਨਪੁਟ ਆਈ ਆ, ਜੋ ਸਟੇਟ ਏਜੰਸੀ ਨੂੰ ਸ਼ੇਅਰ ਕਰਨਗੇ, देयर शुड बी सम ऑथेंटिक डॉक्यूमेंट फ्रॉम दी फॉरेन ओरिजिन, ਦੈਨ ਫਿਰ ਸੈਂਟਰਲ ਏਜੰਸੀ ਦਾ, ਫਿਰ ਇਹਨਾਂ ਦੇ ਕੋਲ ਸਟੇਟ ਦੇ ਵਿੱਚ ਆਉਣਾ ਚਾਹੀਦਾ। ਹੁਣ ਇੱਥੇ ਪੋਜੀਸ਼ਨ ਕੀ ਆ, ਆਪਾਂ ਨੂੰ ਇਹ ਸਮਝਣਾ ਚਾਹੀਦਾ, ਇਟਸ ਅ ਵੈਰੀ ਸੈਂਸਿਟਿਵ ਮੈਟਰ। ਪਰ ਇੱਕ ਸੈਂਸਿਟਿਵ ਮੈਟਰ ਦੇ ਵਿੱਚ ਆਪਾਂ ਬਿਨਾਂ ਕਿਸੇ ਗੱਲ ਦੇ ਜਸਟ ਟੂ ਪੋਲੀਟੀਸਾਈਜ਼ ਦੀ ਮੈਟਰ, ਭਗਵੰਤ ਮਾਨ ਸਾਹਿਬ ਨੇ ਉੱਥੇ ਜੋਸ਼ ਚ ਆ ਕੇ ਗੁਜਰਾਤ ਇਲੈਕਸ਼ਨ 'ਚ ਸਟੇਟਮੈਂਟ ਦੇਤੀ ਜਸਟ ਟੂ ਮੇਕ ਹਿਸ ਨੰਬਰਸ। ਕਿਉਂਕਿ ਜੇ ਤੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਆਈ ਆ, ਆਈਦਰ ਦੇ ਸ਼ੁੱਡ ਐਕਸਪਲੇਨ ਦੀ ਸੋਰਸ। ਜੇ ਕਹਿੰਦੇ ਨੇ ਕਿ ਸੈਂਟਰ ਦਾ ਪ੍ਰੈਰੋਗੇਟਿਵ ਆ, ਤੇ ਜੇ ਸੈਂਟਰ ਨੇ ਹਲੇ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਤੇ ਇਹ ਕਿਉਂ ਰੌਲਾ ਪਾਈ ਜਾਂਦੇ ਨੇ? ਗੱਲ ਸਮਝਣ ਦੀ ਇਹ ਆ, ਮਲਹੋਤਰਾ ਜੀ ਬੜੇ ਜ਼ਿੰਮੇਵਾਰ ਇਨਸਾਨ ਨੇ, ਪਰ ਇਸ ਚੀਜ਼ ਨੂੰ ਇਹ ਸਮਝ ਨਹੀਂ ਪਾ ਰਹੇ ਔਰ ਇਹਨਾਂ ਦੀ ਪਾਰਟੀ ਦੇ ਲੋਕ ਕਿ ਕਰਨਾ ਕੀ ਚਾਹ ਰਹੇ ਨੇ। ਕਿ ਜੇ ਤਾਂ ਕੋਈ ਫੋਰਨ ਤੋਂ ਇਨਫੋਰਮੇਸ਼ਨ ਸ਼ੇਅਰ ਹੋਈ ਆ, ਦੇਖੋ ਉਹਦੇ 'ਚ ਅੱਜ ਕੱਲ੍ਹ ਆਪਾਂ ਜਿਹੜੇ ਸਿਸਟਮ 'ਚ ਰਹਿ ਰਹੇ ਹਾਂ, ਕੋਈ ਮੇਲ ਹੋਏਗੀ, ਕੋਈ ਸਿਸਟਮ ਹੋਏਗਾ, ਕਿਸੇ ਵੀ ਫੋਰਨ ਦੇ ਪੇਪਰ ਨੇ ਇਹ ਕੋਟ ਨਹੀਂ ਕੀਤਾ ਕਿ ਗੋਲਡੀ ਬਰਾੜ ਹੈਜ਼ ਬੀਨ ਡਿਟੇਨਡ, ਪਰ ਇਹ ਕਲੇਮ ਕਰ ਰਹੇ ਨੇ ਸੈਂਟਰਲ। ਤੇ ਇਹਨਾਂ ਦਾ ਇਹ ਕਹਿਣਾ ਕਿ ਜੇ ਸੈਂਟਰ ਚੁੱਪ ਕਰਕੇ ਬੈਠਾ ਜੀ, ਇਸ ਕਰਕੇ ਇਹਦਾ ਮਤਲਬ ਆ ਵੀ ਉਹ ਆਈ ਗਈ ਹੋਣੀ ਇਨਫੋਰਮੇਸ਼ਨ। ਹੁਣ ਇਹ ਤਾਂ ਸਰ ਰੋਜ਼ ਬੇਵਕੂਫੀਆਂ ਕਰੀ ਜਾਣਗੇ, ਅਸੀਂ ਇਹਨਾਂ ਦੀ ਕਿਹੜੀ ਕਿਹੜੀ ਬੇਵਕੂਫੀ ਦਾ ਜਵਾਬ ਦੇਈਏ? ਆਪਾਂ ਪਿਛਲੇ 8 ਮਹੀਨੇ ਤੋਂ ਦੇਖ ਰਹੇ ਹਾਂ ਜੋ ਇਹਨਾਂ ਦਾ ਨੁਸਖੀਆਪਨ ਹੈ, ਇਹਨਾਂ ਦਾ ਬਚਪਨਾ ਕਹਿ ਲਓ, ਇਹਨਾਂ ਦਾ ਹੱਸਣਾ ਕਹਿ ਲਓ ਮੁੱਦੇ ਦੀ ਗੱਲ ਸੁਣ ਕੇ, ਤੇ ਇਹਨਾਂ ਦਾ ਆਪਾਂ ਕੀ ਕਰ ਸਕਦੇ ਹਾਂ ਜੀ? ਇਹਨਾਂ ਦਾ ਕੋਈ ਹੱਲ ਨਹੀਂ ਹੈਗਾ। ਪਰ ਐਟਲੀਸਟ ਜੇ ਇੱਕ ਚੀਫ ਮਿਨਿਸਟਰ ਦੀ ਕੁਰਸੀ ਤੇ ਕੋਈ ਬੰਦਾ ਬੈਠਾ ਹੈ, ਜੇ ਉਹਨੇ ਕੋਈ ਗੱਲ ਕੀਤੀ ਹੈ, ਤੇ ਜੇ ਕੋਈ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ, ਤੇ ਆਈਦਰ ਹੀ ਸ਼ੁੱਡ ਐਕਸਪਲੇਨ, ਡੀਜੀਪੀ ਸਾਹਿਬ ਐਕਸਪਲੇਨ ਕਰ ਦੇਣ। ਦੇਖੋ ਹੀ ਇਜ਼ ਏ ਡੀਜੀਪੀ, ਇਜ਼ ਦੀ ਕੰਪੀਟੈਂਟ ਪਰਸਨ। ਜੇ ਕੋਈ ਇਨਫੋਰਮੇਸ਼ਨ ਆਈ ਹੈ, ਹੀ ਕੈਨ ਐਡਰੈਸ ਏ ਪ੍ਰੈਸ ਕਾਨਫਰੰਸ। ਪਰ ਭਗਵੰਤ ਮਾਨ ਸਾਹਿਬ ਬਿਨਾਂ ਕਿਸੇ ਗੱਲ ਦੇ ਕਿਉਂ ਇਸ਼ੂ ਕ੍ਰੀਏਟ ਕਰਦੇ ਨੇ? ਆਪਾਂ ਨੂੰ ਸਮਝਣਾ ਪਊਗਾ ਅਮਨਦੀਪ ਜੀ, ਇਹਨਾਂ ਦੀ ਇਹ ਅੱਜ ਦੀ ਸਮੱਸਿਆ ਨਹੀਂ ਆ। ਜਿਸ ਦਿਨ ਤੋਂ ਇਹ ਸਰਕਾਰ ਬਣੀ ਹੈ, ਇਹਨਾਂ ਨੂੰ ਕਿਸੇ ਨਾ ਮੁੱਦੇ ਦਾ ਪਤਾ, ਨਾ ਕਿਸੇ ਕਾਨੂੰਨ ਦਾ ਪਤਾ। ਉਹ ਜਿਵੇਂ ਆਪੋਜੀਸ਼ਨ 'ਚ ਕਰਦੇ ਹੁੰਦੇ ਸੀਗੇ ਨਾ ਵੀ ਐਲੀਗੇਸ਼ਨ ਲਾਓ ਤੇ ਦੌੜ ਜਾਓ, ਇਹ ਸਰਕਾਰ 'ਚ ਵੀ ਉਹੋ ਜਿਹੇ ਕੰਮ ਕਰਦੇ ਨੇ। ਤਾਂ ਜੇ ਅੱਜ ਦੇਖੋ ਸਾਰਾ ਪੰਜਾਬ ਚਾਹੁੰਦਾ ਹੈ ਕਿ ਗੋਲਡੀ ਬਰਾੜ ਦੀ ਐਕਸਟ੍ਰੈਡੀਸ਼ਨ ਹੋਵੇ ਤੇ ਉਹਨੂੰ ਇੰਡੀਆ 'ਚ ਲਿਆਇਆ ਜਾਵੇ, ਆਪਾਂ ਸਾਰੇ ਪੰਜਾਬੀ ਚਾਹੁੰਦੇ ਆ। ਤੇ ਸੈਂਸਿਟਿਵ ਮੈਟਰ ਹੈ, ਆਪਾਂ ਇਹਦੀ ਸਿਕਿਉਰਿਟੀ ਔਰ ਸੀਕ੍ਰੇਸੀ ਵੀ ਮੇਨਟੇਨ ਕਰਨੀ ਹੈ। ਤੇ ਐਸਾ ਕੋਈ ਕਾਰਨ ਸਮਝ ਨਹੀਂ ਆਇਆ ਕਿ ਭਗਵੰਤ ਮਾਨ ਸਾਹਿਬ ਨੇ ਅਹਿਮਦਾਬਾਦ ਦੇ ਵਿੱਚ ਜੋਸ਼ 'ਚ ਆ ਕੇ ਐਸਾ ਕਿਉਂ ਐਲਾਨ ਕਰ ਦਿੱਤਾ। ਇਸ ਲਈ ਇਹਨਾਂ ਤੇ ਸਵਾਲ ਖੜੇ ਹੋ ਰਹੇ ਨੇ ਜੀ। ਉਹ ਵੀ ਪੁੱਛਦੇ ਆ ਸਵਾਲ, ਮਲਹੋਤਰਾ ਸਾਹਿਬ ਸਾਡੇ ਨਾਲ ਹੈਗੇ ਆ, ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਆਪਾਂ। ਜਗਮੀਤ ਢਿੱਲੋਂ ਜੀ ਆ ਆਪਣੇ ਨਾਲ ਕਾਂਗਰਸ ਤੋਂ। ਕਾਂਗਰਸ ਦਾ ਵੀ ਇਹੀ ਕਹਿਣਾ ਹੈ ਕਿ ਜੀ ਸਬੂਤ ਦਿਓ ਕਿ ਅਸੀਂ ਕਦੋਂ ਫੜਿਆ, ਕਿੱਥੇ ਫੜਿਆ ਹੋਇਆ, ਗੋਲਡੀ ਬਰਾੜ ਨੂੰ ਕਿੱਥੇ ਰੱਖਿਆ ਹੋਇਆ। ਤੇ ਤੁਹਾਨੂੰ ਕਿਉਂ ਸ਼ੱਕ ਹੋ ਰਿਹਾ ਜਗਮੀਤ ਢਿੱਲੋਂ ਜੀ, ਕਿਉਂ ਸ਼ੱਕ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਦੇ ਉਹ ਝੂਠ ਬੋਲ ਸਕਦੇ ਆ? ਅਮਨਦੀਪ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੁਣੇ ਡੀਜੀਪੀ ਸਾਹਿਬ ਨੇ ਵੀ ਦੱਸਿਆ, ਤੇ ਜਿਹੜੀ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਆਰਪੀਐਸ ਮਲਹੋਤਰਾ ਜੀ, ਉਹਨਾਂ ਕਿਹਾ ਕਿ ਸੈਂਟਰਲ ਏਜੰਸੀਜ਼ ਦੇ ਨਾਲ ਜਿਹੜੀਆਂ ਫੋਰਨ ਏਜੰਸੀਜ਼ ਨੇ, ਇੰਟਰਪੋਲ ਹੈ ਜਾਂ, ਉਹ ਕੰਟੈਕਟ ਕਰਦੀਆਂ ਨੇ। ਫਿਰ ਇਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ, ਅਗਰ ਉਹ ਸੈਂਟਰਲ ਏਜੰਸੀਜ਼ ਨਾਲ ਕਰਦੀਆਂ ਨੇ, ਸੈਂਟਰਲ ਗੌਰਮੈਂਟ ਦੀ ਇਨਵੋਲਵਮੈਂਟ ਹੁੰਦੀ ਹੈ, ਫਿਰ ਭਗਵੰਤ ਮਾਨ ਸਾਹਿਬ ਨੇ ਕਿਸ ਬਿਹਾਫ ਤੇ ਉੱਥੇ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਅਹਿਮ ਬਿਆਨ ਦੇ ਦਿੱਤਾ ਕਿ ਅਸੀਂ ਤਾਂ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਹੈ ਤੇ ਜਲਦੀ ਇੱਥੇ ਲਿਆਂਦਾ ਜਾਏਗਾ? ਮਤਲਬ ਤੁਸੀਂ ਮਹਿਜ਼ ਇੱਕ ਜ਼ਿੰਮੇਵਾਰ ਪਦਵੀ ਤੇ ਬੈਠੇ ਹੋ ਜੀ। ਤੁਹਾਡੇ ਸੀਐਮ ਸਾਹਿਬ ਨਹੀਂ, ਇਹ ਉਹ ਸਮੁੱਚੇ ਪੰਜਾਬ ਦੇ ਸੀਐਮ ਸਾਹਿਬ ਨੇ। ਕਿਉਂ ਬਾਰ-ਬਾਰ ਅਜਿਹੇ ਬੇਤੁਕੇ ਬਿਆਨ ਦਿਵਾਉਣੇ? ਫੇਸਬੁੱਕ ਤੋਂ ਕੋਈ ਚੀਜ਼ ਪੜ੍ਹ ਕੇ ਬਿਆਨ ਦੇ ਦੇਣਾ ਕਿ ਭਾਈ ਉਹ ਗ੍ਰਿਫਤਾਰ ਹੋ ਗਿਆ ਹੈ,
ਪਹਿਲੀ ਗੱਲ ਤਾਂ ਅਮਨਦੀਪ ਜੀ ਇਹ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਸੀ ਹੋਇਆ ਕਿ ਗ੍ਰਿਫਤਾਰੀ ਹੋਈ ਹੈ, ਸ਼ਾਇਦ ਉਹ ਨਿਗਰਾਨੀ ਵਿੱਚ ਸੀ, ਜਿਸ ਤਰ੍ਹਾਂ ਗੋਲਡੀ ਬਰਾੜ ਨੇ ਆਪਣੀ ਫੇਸਬੁੱਕ ਪੋਸਟ ਤੇ ਵੀ ਕਿਹਾ, ਅਤੇ ਹੋਰ ਵੀ ਜੋ ਸਾਨੂੰ ਇਨਫੋਰਮੇਸ਼ਨ ਪਹੁੰਚੀ ਕਿ ਉਹ ਨਿਗਰਾਨੀ ਹੇਠ ਹੈ, ਜਦਕਿ ਸਾਡੀ ਇੰਡੀਅਨ ਗਵਰਨਮੈਂਟ ਦੀ ਏਜੰਸੀਜ਼ ਦੇ ਨਾਲ ਅਮਰੀਕਾ ਦੀ ਏਜੰਸੀਜ਼ ਜਿਹੜੀਆਂ ਉਹ ਟਾਈ ਅਪ ਕਰ ਰਹੀਆਂ ਨੇ, ਇੱਥੋਂ ਜਾਣਕਾਰੀ ਲੈ ਰਹੀਆਂ ਨੇ, ਬਟ ਸੀਐਮ ਸਾਹਿਬ ਨੇ ਫਟ ਦਿਨੇ ਉੱਥੇ ਕਹਿ ਦਿੱਤਾ ਕਿ ਗ੍ਰਿਫਤਾਰ ਕਰ ਲਿਆ ਹੈ। ਸੋ ਅਜਿਹੇ ਬੇਤੁਕੇ ਬਿਆਨ ਬਿਨਾਂ ਇੱਕ ਜਿਹੜਾ ਉੱਥੋਂ ਸਪਸ਼ਟੀਕਰਨ ਲੈ ਕੇ ਸੈਂਟਰਲ ਗਵਰਨਮੈਂਟ ਜਾਂ ਸੈਂਟਰਲ ਏਜੰਸੀ ਤੋਂ ਦੇਣੇ, ਉਸ ਗੱਲ ਦੀ ਅਸੀਂ ਨਿੰਦਾ ਕਰਦੇ ਹਾਂ। ਅੱਗੇ ਅਮਨਦੀਪ ਜੀ, ਸਮੁੱਚਾ ਪੰਜਾਬ ਹੀ ਸਿਰਫ ਗੋਲਡੀ ਬਰਾੜ ਦੇ ਜੋ ਕੀਤਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਹੀ ਅਫੈਕਟਡ ਨਹੀਂ ਹੈ, ਸਮੁੱਚਾ ਪੰਜਾਬ ਇਸ ਗੱਲ ਦੀ ਉਡੀਕ ਕਰਦਾ ਹੈ ਤਾਂ ਕਿ ਉਸ ਨੂੰ ਜਲਦ ਤੋਂ ਜਲਦ ਇੱਥੇ ਲਿਆਂਦਾ ਜਾਵੇ ਤੇ ਸਜ਼ਾ ਦਿੱਤੀ ਜਾਵੇ। ਬਾਕੀ ਅਮਨਦੀਪ ਜੀ 1997 ਦੇ ਵਿੱਚ ਇੰਡੀਆ ਤੇ ਅਮਰੀਕਾ ਦੀ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਸਾਈਨ ਹੋਈ ਸੀ, ਸੋ ਅਸੀਂ ਸਮਝਦੇ ਹਾਂ ਉਹਦੀਆਂ ਵੀ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ, ਕਿਉਂਕਿ ਉੱਥੇ ਇੱਕ ਅਪਰਾਧੀ ਵੱਲੋਂ ਬਹੁਤ ਤਰੀਕਿਆਂ ਦੇ ਨਾਲ ਉੱਥੇ ਕਿਹਾ ਜਾ ਸਕਦਾ ਹੈ ਕਿ ਮੈਨੂੰ ਉੱਥੇ ਜਾਨ ਨੂੰ ਖਤਰਾ ਹੈ ਜਾਂ ਮੇਰੇ ਨਾਲ ਉੱਥੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋ ਸਕਦੀ ਹੈ। ਸੋ ਅਜਿਹੇ ਟਾਈਮ ਤੇ ਸੀਐਮ ਸਾਹਿਬ ਵੱਲੋਂ ਕੋਈ ਬਿਆਨ ਦੇਣੇ ਅਜਿਹੇ ਚੀਜ਼ ਦੀਆਂ ਉਹ ਅਪਰਾਧੀ ਫਾਇਦਾ ਲੈ ਸਕਦਾ ਹੈ। ਸੋ ਮੈਂ ਸਮਝਦਾ ਕਿ ਬਰੀਕੀ ਦੇ ਨਾਲ ਚੱਲਣਾ ਚਾਹੀਦਾ ਹੈ ਤਾਂ ਕਿ ਸਾਨੂੰ ਕੰਡੀਸ਼ਨਸ ਵੀ ਪੂਰੀਆਂ ਕਰਨੀਆਂ ਨੇ। ਜਿਸ ਤਰ੍ਹਾਂ ਅਬੂ ਸਲੇਮ ਦਾ ਐਕਸਟ੍ਰੈਡੀਸ਼ਨ ਕੀਤਾ ਸੀ, ਉਹ ਵੀ ਇੱਕ ਗੈਂਗਸਟਰ ਸੀ ਜਿਹੜਾ ਉੱਥੋਂ ਪੁਰਤਗਾਲ ਤੋਂ ਕੀਤਾ ਸੀ, ਛੋਟਾ ਰਾਜਨ ਦਾ ਬਾਲੀ ਤੋਂ ਕੀਤਾ ਸੀ 2015 ਵਿੱਚ। ਸੋ ਅਜਿਹੇ ਮਾਹੌਲ ਦੇ ਵਿੱਚ ਮੈਂ ਸਮਝਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ, ਇੱਕ ਪਰਿਵਾਰ ਦੇ ਇਨਸਾਫ ਦੀ ਗੱਲ ਹੈ। ਸੋ ਭਗਵੰਤ ਮਾਨ ਸਾਹਿਬ ਨੂੰ ਧੈर्य ਰੱਖਣਾ ਚਾਹੀਦਾ ਹੈ ਤੇ ਉਡੀਕ ਕਰਨੀ ਚਾਹੀਦੀ ਹੈ ਕਿ ਕਦੋਂ ਸਪਸ਼ਟੀਕਰਨ ਮਿਲੇ। ਅੱਗੇ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਲੋਕੇਸ਼ ਨਾਰੰਗ ਜੀ ਨੂੰ ਕਿ ਸੈਂਟਰਲ ਦੇ ਵਿੱਚ ਇਹਨਾਂ ਦੀ ਗਵਰਨਮੈਂਟ ਹੈ, ਇਹਨਾਂ ਨੂੰ ਵੀ ਹੈਲਪ ਕਰਨੀ ਚਾਹੀਦੀ, ਜਿਹੜੀ ਕਲੈਰਿਟੀ ਹੈ। ਜਿਸ ਤਰ੍ਹਾਂ ਬਲਕੌਰ ਸਿੰਘ ਜੀ ਨੇ ਕਿਹਾ, ਸਿੱਧੂ ਮੂਸੇਵਾਲਾ ਜੀ ਦੇ ਪਿਤਾ ਜੀ ਨੇ, ਕਿ ਮੈਨੂੰ ਹਾਲੇ ਪੂਰੀ ਜਾਣਕਾਰੀ ਨਹੀਂ, ਪਰਿਵਾਰ ਨੂੰ ਪੂਰਨ ਸਪਸ਼ਟਤਾ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕੀ ਪ੍ਰੋਸੀਜਰ ਹੈ, ਕਿੱਥੋਂ ਤੱਕ ਪਹੁੰਚਿਆ ਹੈ ਤੇ ਅੱਗੇ ਸਰਕਾਰ ਕੀ ਕਾਰਵਾਈ ਕਰੇਗੀ ਉਸ ਨੂੰ ਫੌਰਨ ਤੋਂ ਲਿਆਉਣ ਲਈ। ਸੋ ਇਹਨਾਂ ਚੀਜ਼ਾਂ ਦਾ ਮੈਂ ਸਮਝਦਾ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਧਿਆਨ ਰੱਖਣਾ ਚਾਹੀਦਾ ਜੀ। ਹਜੇ ਤਾਂ ਐਕਸਟ੍ਰੈਡੀਸ਼ਨ ਦੀ ਗੱਲ ਵੀ ਕੀਤੀ ਜਾਊਗੀ, ਪਰ ਫਿਲਹਾਲ ਡਾਊਟ ਤਾਂ ਇਹੀ ਹੈ, ਸਵਾਲ ਤਾਂ ਇਹੀ ਚੱਕੇ ਜਾ ਰਹੇ ਕਿ ਉਹਨੂੰ ਡਿਟੇਨ ਕੀਤਾ ਗਿਆ ਗੋਲਡੀ ਬਰਾੜ ਨੂੰ ਜਾਂ ਨਹੀਂ ਕੀਤਾ ਗਿਆ। ਜਸਵਿੰਦਰ ਕੌਰ ਸੌਲ ਜੀ ਨੇ ਸਾਡੇ ਨਾਲ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਵੀ ਸਵਾਲ ਚੱਕੇ ਹੈ। ਬਿਕਰਮਜੀਤ ਸਿੰਘ ਮਜੀਠੀਆ ਨੇ ਲਗਾਤਾਰ ਸਵਾਲ ਚੱਕੇ ਨੇ ਕਿ ਭਗਵੰਤ ਮਾਨ ਇਸ ਗੱਲ ਦਾ ਸਬੂਤ ਦੇਣ। ਸੋਲ ਜੀ, ਤੁਸੀਂ ਇਹ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਸ਼ੱਕ ਕਿਉਂ ਹੋ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਝੂਠ ਬੋਲ ਰਹੇ ਆ ਜਾਂ ਸਿਰਫ ਇੱਕ ਗੱਲ ਕਹਿਣ ਲਈ ਗੱਲ ਕਿਤੇ ਕਹੀ ਗਈ ਹੈ? ਜਸਵਿੰਦਰ ਕੌਰ ਜੀ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਆਪਾਂ ਜਵਾਬ ਲੈ ਲੈਂਦੇ ਆਰਪੀਐਸ ਮਲਹੋਤਰਾ ਜੀ ਤੋਂ। ਮਲਹੋਤਰਾ ਸਾਹਿਬ, ਜਿੰਨੇ ਸਵਾਲ ਉੱਠੇ ਆ, ਨਾਰੰਗ ਸਾਹਿਬ ਨੇ ਵੀ ਸਵਾਲ ਚੱਕਿਆ, ਜਗਮੀਤ ਢਿੱਲੋਂ ਜੀ ਨੇ ਵੀ ਕਿਹਾ ਕਿ ਉਹ ਬਿਆਨ ਦੇਣ ਦੀ ਕੀ ਲੋੜ ਸੀ ਜਾਂ ਸਬੂਤ ਕਿਉਂ ਨਹੀਂ ਦਿੱਤੇ ਜਾ ਰਹੇ, ਜਾਂ ਕੇਂਦਰ ਸਰਕਾਰ ਨੇ ਜੇ ਕਿਹਾ ਤਾਂ ਕੇਂਦਰ ਸਰਕਾਰ ਚੁੱਪ ਕਿਉਂ ਹੈ? ਇਹ 2-3 ਸਵਾਲ ਨੇ। ਅਮਨਦੀਪ ਜੀ ਦੇਖੋ, ਇਹ ਇੱਕ ਬੜੀ ਵੱਡੀ ਔਰ ਬੜੀ ਅਹਿਮ ਖਬਰ ਹੈਗੀ ਹੈ ਸਮੁੱਚੇ ਪੰਜਾਬ ਦੇ ਲਈ ਜੀ, ਔਰ ਇਸ ਦਾ ਪੰਜਾਬ ਵਾਸੀਆਂ ਦੇ ਮਨੋਬਲ ਦੇ ਉੱਤੇ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਸਾਰਿਆਂ ਦੇ ਮਨੋਬਲ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਹੈਗਾ। ਔਰ ਜਿਹੋ ਜਿਹੀਆਂ ਗੱਲਾਂ ਸਾਡੇ ਵਿਰੋਧੀ ਕਰ ਰਹੇ ਨੇ, ਐਂ ਲੱਗਦਾ ਹੈ ਕਿ ਵੀ ਇਹ ਮੰਨਣ ਨੂੰ ਹੀ ਤਿਆਰ ਨਹੀਂ, ਯਾਨੀ ਕਿ ਇਹਨਾਂ ਦਾ ਮਨ ਹੀ ਨਹੀਂ ਮੰਨਣ ਨੂੰ ਤਿਆਰ, ਕਿਉਂਕਿ ਸ਼ਾਇਦ ਇਹ ਆਪ ਹੀ ਚਾਹੁੰਦੇ ਨੇ ਕਿ ਵੀ ਪੰਜਾਬ ਵਿੱਚ ਜਿਹੜਾ ਤਾਂਡਵ ਹਿੰਸਾ ਦਾ ਚੱਲ ਰਿਹਾ ਚੱਲਦਾ ਰਹੇ, ਨਹੀਂ ਤਾਂ ਜੇ ਸਾਰੇ ਐਕਸੈਪਟ ਕਰ ਲੈਣਗੇ ਤਾਂ ਜਿਹੜੇ ਇੱਥੇ ਗੈਂਗਸਟਰਸ ਨੇ ਉਹਨਾਂ ਦੇ ਮੁਰਾਲ ਤੇ ਅਸਰ ਪਏਗਾ ਤੇ ਉਹ ਫਿਰ ਚੁੱਪ ਕਰਕੇ ਜਾਂ ਥੱਲੇ ਹੋ ਕੇ ਬਹਿ ਜਾਣਗੇ। ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਸਮਾਜ ਦੇ ਲਈ ਚੰਗੀ ਖਬਰ ਆਈ ਹੈ, ਉਸ ਦਾ ਵੈਲਕਮ ਕਰਨ ਦੀ ਥਾਂ ਉਸ ਤੇ ਰਾਜਨੀਤੀ ਕਰ ਰਹੇ ਹੈਗੇ। ਔਰ ਮੈਂ ਸਮਝਦਾ ਕਿ ਇੱਕ ਮੁੱਖ ਮੰਤਰੀ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਉਹਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਮਿਲੇ ਜਿਹੜੀ ਕਿ ਸਮਾਜ ਦੇ ਹੱਕ ਦੀ ਹੈਗੀ ਹੈ, ਤਾਂ ਉਹਨੂੰ ਛੇਤੀ ਤੋਂ ਛੇਤੀ ਸਮਾਜ ਨੂੰ ਦੱਸਣਾ ਚਾਹੀਦਾ, ਜੋ ਕਿ ਭਗਵੰਤ ਮਾਨ ਜੀ ਨੇ ਕੀਤਾ ਹੈਗਾ। ਔਰ ਅਸੀਂ ਇਹ ਕਿਧਰੇ ਨਹੀਂ ਕਿਹਾ ਕਿ ਵੀ ਉਹਨੂੰ ਅਰੈਸਟ ਕਰ ਲਿਆ ਗਿਆ ਹੈਗਾ, ਅਸੀਂ ਹਰ ਜਗ੍ਹਾ ਇਹੀ ਕਿਹਾ ਕਿ ਉਹਨੂੰ ਡਿਟੇਨ ਕੀਤਾ ਗਿਆ ਹੈਗਾ ਜੀ। ਔਰ ਉਸ ਤੋਂ ਬਾਅਦ ਠੀਕ ਹੈ, ਏਜੰਸੀਜ਼ ਆਪਣੀਆਂ ਇਨਵੈਸਟੀਗੇਸ਼ਨਸ ਕਰਦੀਆਂ ਨੇ, ਸਾਰਾ ਕੁਝ ਦੇਖਦੀਆਂ ਨੇ, ਉਸ ਤੋਂ ਬਾਅਦ ਜਦੋਂ ਸ਼ੋਰ ਹੋ ਜਾਂਦੀਆਂ ਨੇ ਤੇ ਉਸ ਨੂੰ ਅਰੈਸਟ ਵੀ ਕਰ ਲਿੱਤਾ ਜਾਂਦਾ। ਔਰ ਜਿੱਥੇ ਤੱਕ ਇਹ ਕਹਿੰਦੇ ਨੇ ਕਿ ਜੀ
ਪੰਜਾਬ ਸਰਕਾਰ ਬੇਵਕੂਫੀਆਂ ਕਰਦੀ ਹੈ, ਇਹ ਕਰਦੀ ਹੈ, ਉਹ ਕਰਦੀ ਹੈ। ਉਹ ਜਨਾਬ ਤੁਹਾਡੇ ਕੋਲ ਤਾਂ ਫਿਰ ਮੌਕਾ ਹੈਗਾ ਹੈ। ਅਸੀਂ ਤਾਂ ਤੁਹਾਡੇ ਵਿਰੋਧੀ ਹਾਂ, ਤੁਸੀਂ ਸਾਡੀ ਬੇਵਕੂਫੀ ਬੇਨਕਾਬ ਕਰੋ। ਤੁਸੀਂ ਕੇਂਦਰ ਸਰਕਾਰ ਤੋਂ ਇੱਕ ਸਟੇਟਮੈਂਟ ਦਵਾ ਦਿਓ, ਕਿਸੇ ਤੋਂ ਵੀ ਆਪਣੇ ਲੀਡਰ ਤੋਂ ਦਵਾ ਦਿਓ, ਹੈਲਥ ਹੋਮ ਮਿਨਿਸਟਰ ਤੋਂ ਦਵਾ ਦਿਓ, ਪ੍ਰਾਈਮ ਮਿਨਿਸਟਰ ਤੋਂ ਦਵਾ ਦਿਓ, ਜਾਂ ਕਿਆ ਹੈ ਹੋਮ ਸੈਕਟਰੀ ਤੋਂ ਦਵਾ ਦਿਓ, ਕਿਸੇ ਤੋਂ ਦਵਾ ਦਿਓ, ਸਾਨੂੰ ਬੇਨਕਾਬ ਕਰੋ। ਹੈ ਤੁਹਾਡੇ 'ਚ ਹਿੰਮਤ ਤਾਂ, ਪਰ ਨਹੀਂ, ਤੁਹਾਨੂੰ ਪਤਾ ਹੈ ਕਿ ਗੱਲ ਸੱਚੀ ਹੈਗੀ ਹੈ, ਔਰ ਇਸ ਨਾਲ ਪੰਜਾਬ ਸਰਕਾਰ ਦਾ ਜਿਹੜਾ ਅਕਸ ਹੈ ਉਹ ਉੱਚਾ ਹੁੰਦਾ ਹੈਗਾ, ਇਸ ਕਰਕੇ ਤੁਸੀਂ ਚੁੱਪ ਬੈਠੇ ਹੈਗੇ ਹੋ। ਔਰ ਡੀਜੀਪੀ ਜਿਹੜਾ ਹੈ ਸਰ ਸੀਐਮ ਤੋਂ ਜੂਨੀਅਰ ਹੁੰਦਾ। ਜੇ ਸੀਐਮ ਨੇ ਕੋਈ ਸਟੇਟਮੈਂਟ ਦੇਤੀ ਤਾਂ ਉਹਦੀ ਕਲੈਰੀਫਿਕੇਸ਼ਨ ਡੀਜੀਪੀ ਨਹੀਂ ਦੇ ਸਕਦਾ, ਉਸ ਤੋਂ ਉੱਪਰ ਹੀ ਕੋਈ ਹੋਏਗਾ ਤਾਂ ਉਹ ਦੇਗਾ। ਸੋ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਪੰਜਾਬ ਸਰਕਾਰ ਉਸ ਤੇ ਫਰਮ ਖੜੀ ਹੈਗੀ ਹੈ। ਵੀ ਆਰ ਵੈਰੀ ਸ਼ੋਰ ਕਿ ਉੱਥੇ ਉਹ ਡਿਟੇਨ ਕੀਤਾ ਗਿਆ ਹੈਗਾ, ਔਰ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕੋਲ ਹੋਰ ਡਿਟੇਲ ਵੀ ਆ ਜਾਏਗੀ। ਨਾਰੰਗ ਸਾਹਿਬ ਸਿੱਧੇ ਚੈਲੰਜ ਦਿੱਤੇ ਜਾ ਰਹੇ ਆ, ਉਹ ਕਹਿੰਦੇ ਕਿ ਜੇ ਅਸੀਂ ਝੂਠ ਬੋਲ ਰਹੇ ਹਾਂ ਤਾਂ ਕੇਂਦਰ ਸਰਕਾਰ ਤੋਂ ਕੋਈ ਕਰੋ ਕਾਰਵਾਈ। ਕੇਂਦਰ ਸਰਕਾਰ ਕੋਈ ਪ੍ਰੈਸ ਕਾਨਫਰੰਸ ਕਰਕੇ ਕਹਿ ਦੇ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਝੂਠ ਬੋਲ ਰਿਹਾ। ਦੇਖੋ ਐਸਾ ਹੈ ਅਮਨਦੀਪ ਜੀ ਕਿ ਹੁਣ ਅਸੀਂ ਰੋਜ਼ ਇਹਨਾਂ ਦੀ ਬੇਵਕੂਫੀਆਂ ਦਾ ਜਵਾਬ ਤਾਂ ਦੇ ਨਹੀਂ ਸਕਦੇ। ਤੁਹਾਨੂੰ ਡੀਜੀਪੀ ਸਾਹਿਬ ਨੇ ਇੱਕ ਸਿਸਟਮ ਐਕਸਪਲੇਨ ਕੀਤਾ ਕਿ ਜਿਸ ਸਿਸਟਮ ਨਾਲ ਗਿਆ ਉਸ ਸਿਸਟਮ ਦੇ ਵਿੱਚ ਹੀ ਆਣਾ। ਜੇ ਨੈਸ਼ਨਲ ਏਜੰਸੀ ਹਲੇ ਨਹੀਂ ਕਨਫਰਮ ਕਰ ਰਹੀ ਤਾਂ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਚਲੋ ਮੈਂ 1 ਮਿੰਟ ਲਈ ਇਹਨਾਂ ਦੀ ਗੱਲ ਮੰਨ ਨਹੀਂ ਲਈ ਜੀ, ਉਹਨੂੰ ਡਿਟੇਨ ਕਰ ਲਿਆ, ਇਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦੇ ਦਿੱਤੀ। ਜਦ ਤੱਕ ਇਹਨਾਂ ਨੂੰ ਥਰੂ ਪ੍ਰੋਪਰ ਚੈਨਲ ਇਨਫੋਰਮੇਸ਼ਨ ਨਹੀਂ ਆਉਂਦੀ, ਇਹ ਉੱਤੇ ਪ੍ਰੈਸ ਕਾਨਫਰੰਸ ਕਿਉਂ ਕਰਦੇ ਨੇ? ਸਾਡਾ ਤਾਂ ਬੰਦ ਸਿੱਧੀ ਜੀ ਗੱਲ ਹੈ। ਜਦ ਤੁਸੀਂ ਇੱਕ ਕੰਟਰੀ 'ਚ ਰਹਿ ਰਹੇ ਜਿੱਥੇ ਫੈਡਰਲ ਸਟਰਕਚਰ ਆ, ਫੈਡਰਲ ਸਟਰਕਚਰ 'ਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਦੀ ਇੰਟਰਪੋਲ ਨੂੰ ਰਿਕੁਐਸਟ ਕੀਤੀ, ਇੰਟਰਪੋਲ ਨੇ ਉੱਪਰ ਭੇਜਿਆ, ਉੱਥੋਂ ਹੋ ਕੇ ਆ ਗਿਆ। ਅਰੇ ਉਹ ਆ ਗਿਆ ਤੇ ਜਦੋਂ ਤੁਹਾਡੇ ਕੋਲ ਅਥੈਂਟਿਕ ਨਿਊਜ਼ ਆਏ ਤੁਸੀਂ ਉਹਦੇ ਤੇ ਪ੍ਰੈਸ ਕਾਨਫਰੰਸ ਕਰੋ, ਸਾਰੇ ਪੰਜਾਬ 'ਚ ਜਾ ਕੇ ਪ੍ਰੈਸ ਕਾਨਫਰੰਸ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਸਿਰਫ ਜਦ ਤੱਕ ਸਾਡੇ ਕੋਲ ਕੋਈ ਓਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ ਤਾਂ ਆਪਾਂ ਨੂੰ ਇਹਦੀ ਜ਼ਰੂਰਤ ਕੀ ਆ? ਹੁਣ ਮਲਹੋਤਰਾ ਜੀ ਇਹਦੇ ਬਾਰੇ ਤਾਂ ਦੱਸ ਨਹੀਂ ਸਕੇ ਵੀ ਇਹਨਾਂ ਕੋਲ ਕਿਹੜੇ ਸੋਰਸ ਨੇ ਇਨਫੋਰਮੇਸ਼ਨ ਦੇ ਦਿੱਤੀ ਜਾਂ ਕਿਹੜਾ ਉੱਥੇ ਦੇ ਪਬਲਿਸ਼ ਹੋ ਗਿਆ ਕਿਸੇ ਨਿਊਜ਼ਪੇਪਰ ਦੇ ਵਿੱਚ ਕਿ ਹੀ ਹੈਜ਼ ਬੀਨ ਡਿਟੇਨਡ। ਤਾਂ ਥੋੜ੍ਹਾ ਜਿਹਾ ਆਮ ਆਦਮੀ ਪਾਰਟੀ ਕਿਉਂਕਿ ਹਲੇ ਉਸ ਮੋੜ ਤੋਂ ਬਾਹਰ ਹੀ ਨਹੀਂ ਆਈ, ਇਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਅਸੀਂ ਸਰਕਾਰ ਦੇ ਵਿੱਚ ਆ ਅਤੇ ਸਰਕਾਰ 'ਚ ਬਿਆਨ ਜ਼ਿੰਮੇਵਾਰੀ ਨਾ ਦੇਣੀ ਚਾਹੀਦੀ ਹੈ। ਇਹ ਹਲੇ ਵੀ ਉਹ ਪੁਰਾਣੇ ਮੋੜ 'ਤੇ ਘੁੰਮ ਰਹੇ ਨੇ ਕਿ ਚਲੋ ਹੁਣ ਤੱਕ ਤਾਂ ਇਹਨਾਂ ਕੋਲ ਇਹ ਸੀਗਾ। ਦੇਖੋ ਕੱਲ੍ਹ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਬੜਾ ਵੱਡਾ ਵਹਿਮ ਨਿਕਲ ਜਾਣਾ। ਗੁਜਰਾਤ ਔਰ ਹਿਮਾਚਲ 'ਚ ਜੋ ਇਹਨਾਂ ਨੇ ਝੂਠ ਲੋਕਾਂ ਨੂੰ ਦੱਸਿਆ ਉਹ ਲੋਕਾਂ ਨੇ ਇਹਨਾਂ ਦੇ ਸਾਹਮਣੇ ਲਿਆ ਦੇਣਾ, ਕਿਉਂਕਿ ਹੁਣ ਤੱਕ ਤਾਂ ਇਹ ਕਹਿੰਦੇ ਸੀਗੇ ਵੀ ਕੁਛ ਹੋਵੇ ਨਾ ਜੀ, ਜੇ ਇਹਨਾਂ ਦੇ ਕਿਸੇ ਕਰਪਟ ਮੰਤਰੀ ਨੂੰ ਫੜ ਲਓ, ਉਹ ਦੇਖੋ ਜੀ ਗੁਜਰਾਤ ਇਲੈਕਸ਼ਨ ਲਈ ਬਦਲਾ ਲੈ ਰਹੇ ਨੇ। ਤੇ ਹੁਣ ਕੱਲ੍ਹ ਤੋਂ ਬਾਅਦ ਇਹਨਾਂ ਦੇ ਝੂਠ ਵੀ ਬੰਦ ਹੋ ਜਾਏਗਾ ਤੇ ਇਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ। ਜੀ ਮਲਹੋਤਰਾ ਸਾਹਿਬ ਇਹ ਵੀ ਸਿੱਧਾ ਕਹਿ ਰਹੇ ਆ, ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ। ਦੇਖੋ ਅਸੀਂ ਤਾਂ ਇਹਨਾਂ ਨੂੰ ਖੁੱਲ੍ਹੇਆਮ ਚੈਲੰਜ ਕਰ ਰਹੇ ਹਾਂ ਜੀ ਕਿ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਸਾਡੇ ਚੈਲੰਜ ਅਸੀਂ ਇਹਦੇ ਵਿਹਲੇ ਨਹੀਂ ਨਾ ਇਹਨਾਂ ਦੇ ਚੈਲੰਜ ਐਕਸੈਪਟ ਕਰੀ ਜੀ। ਦੇਸ਼ ਦੀ ਹੋਰ ਬਹੁਤ ਸਮੱਸਿਆਵਾਂ ਨੇ ਮਲਹੋਤਰਾ ਜੀ। ਜੇ ਸਿਸਟਮ ਫੈਡਰਲ ਸਟਰਕਚਰ 'ਚ ਰਹਿੰਦੇ ਹੋ, ਫੈਡਰਲ ਸਟਰਕਚਰ 'ਚ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਵੇ, ਇਸ ਤੋਂ ਵੱਡਾ ਸਵਾਲ ਕੀ ਹੋ ਸਕਦਾ ਜੀ? ਇੱਕ ਮੁੱਖ ਮੰਤਰੀ ਹੋਮ ਅਫੇਅਰਸ ਨੇ, ਮੁੱਖ ਮੰਤਰੀ ਨੂੰ ਤੁਸੀਂ ਝੂਠੀ ਇਨਫੋਰਮੇਸ਼ਨ ਆਈ, ਇਲਜ਼ਾਮ ਲਾ ਰਹੇ ਹੋ। ਤੁਹਾਨੂੰ ਕੋਈ ਇੰਡੀਆ ਦੀ ਗਵਰਨਮੈਂਟ ਆਫ ਇੰਡੀਆ ਤੋਂ ਕੋਈ ਇਨਫੋਰਮੇਸ਼ਨ ਆਈ ਪੰਜਾਬੀਜ਼ ਤੋਂ, ਇਸ ਤੋਂ ਵੱਡਾ ਤੁਹਾਡੇ ਕੋਲ ਮੁੱਦਾ ਨਹੀਂ ਹੈ ਯਾਰ। ਹੱਦ ਹੋ ਗਈ, ਤੁਹਾਡੀ ਪ੍ਰਾਇੋਰਟੀ ਹੀ ਨਹੀਂ ਸਮਝ ਆਉਂਦੀਆਂ। ਹੱਦ ਤਾਂ ਤੁਹਾਡੀ ਹੋ ਗਈ ਜੇ ਕੋਈ ਗਵਰਨਮੈਂਟ ਨੇ ਇਨਫੋਰਮੇਸ਼ਨ ਸ਼ੇਅਰ ਹੀ ਨਹੀਂ ਕੀਤੀ, ਆਪਣੇ ਆਪ ਹੀ ਝਗੜਾ ਪਾਉਣ ਲੱਗ ਗਏ। ਛੋਟਾ ਜਿਹਾ ਕੋਈ ਅਫਸਰ ਜਾਂ ਕੋਈ ਹੋਮ ਸੈਕਟਰੀ ਵੀ ਬਿਆਨ ਨਹੀਂ ਦੇ ਸਕ ਰਿਹਾ ਕਿ ਜੀ ਮੁੱਖ ਮੰਤਰੀ ਝੂਠ ਬੋਲ ਰਿਹਾ ਹੈ, ਯਾਨੀ ਕਿ ਹੱਦ ਹੋ ਗਈ। ਸਰ ਤੁਸੀਂ ਤਾਂ ਰੋਜ਼ ਹੀ ਝੂਠ ਬੋਲਦੇ, ਕਿਹੜੀ ਚੀਜ਼ ਦਾ ਤੁਹਾਡੇ ਨਾਲ ਲੜੀ ਜਾਈਏ? ਤੁਹਾਡਾ ਤਾਂ ਰੋਜ਼ ਦਾ ਕੰਮ ਆ ਝੂਠ ਬੋਲਣਾ। ਇਹਦੇ ਸ਼ੁਰੂ ਹੁੰਦੇ ਆ ਝੂਠ ਬੋਲਣੇ, ਗੁਜਰਾਤ ਤੋਂ ਸ਼ੁਰੂ ਹੋ ਕੇ ਹਿਮਾਚਲ ਭਾਜਪਾ ਚੁੱਪ ਕਰਕੇ ਬਹਿ ਜਾਏਗੀ। ਅਸੀਂ ਝੂਠ ਬੋਲਾਂਗੇ ਤੇ ਭਾਜਪਾ ਚੁੱਪ ਕਰਕੇ ਬਹਿ ਜਾਏਗੀ। ਫੈਡਰਲ ਸਟਰਕਚਰ ਦਾ ਕੋਈ ਕਾਨੂੰਨ ਤੁਹਾਨੂੰ ਡੀਜੀਪੀ ਸਾਹਿਬ ਨੇ ਸਾਰਾ ਨਿਯਮ ਪੜਾਏ, ਤੁਸੀਂ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ। ਜੇ ਤੁਹਾਨੂੰ ਸੈਂਟਰਲ ਗਵਰਨਮੈਂਟ ਨੇ ਕੋਈ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਤੁਸੀਂ ਉੱਤੇ ਕਿਉਂ ਪ੍ਰੈਸ ਕਾਨਫਰੰਸ ਕਰਦੇ ਹੋ? ਮੁੱਖ ਮੰਤਰੀ ਸਾਹਿਬ ਨੂੰ ਸੈਂਟਰਲ ਗਵਰਨਮੈਂਟ ਦੀ ਇਨਫੋਰਮੇਸ਼ਨ ਹੈ, ਕਨਫਰਮਡ ਇਨਫੋਰਮੇਸ਼ਨ ਹੈ। ਸੋਰਸ ਦੱਸ ਦਿਓ ਨਾ ਜੀ। ਸਾਰੀ ਵਿਰੋਧੀ ਪਾਰਟੀਆਂ ਤੁਹਾਨੂੰ ਇਹੀ ਪੁੱਛ ਰਹੀਆਂ ਨੇ ਕਿ ਉਹਦਾ ਸੋਰਸ ਦੱਸ ਦਿਓ, ਤੁਹਾਡੇ ਕੋਲ ਕਿਹੜਾ ਸੋਰਸ ਆ? ਕੇਂਦਰ ਸਰਕਾਰ ਸੋਰਸ ਹੈ ਜੀ ਸਾਡਾ। ਕੇਂਦਰ ਸਰਕਾਰ ਦੇ ਕਿਹੜੇ ਤੁਹਾਨੂੰ ਨੋਟੀਫਿਕੇਸ਼ਨ ਆ, ਕਿਹੜੀ ਮੇਲ ਦੇ ਨਾਲ ਤੁਹਾਨੂੰ ਆਇਆ? ਅਸੀਂ ਤਾਂ ਉਹੀ ਪੁੱਛਣਾ ਚਾਹ ਰਹੇ ਹਾਂ, ਦੱਸ ਦਿਓ। ਉਹ ਡਿਨਾਈ ਕਰ ਦੇਵੇ, ਤੁਸੀਂ ਆਪਣੀ ਸਰਕਾਰ ਨੂੰ ਕੌਣ ਨਾ ਡਿਨਾਈ ਕਰ ਦੇਵੇ, ਅਸੀਂ ਤਾਂ ਕਹਿੰਦੇ ਆ ਸ਼ਰਿਆਂ। ਅਮਨਦੀਪ ਜੀ ਇਹਨਾਂ ਨੂੰ ਬਸ ਇਹੀ ਆਂਦਾ ਬਾਬਾ ਰੌਲਾ ਪਾਓ ਔਰ ਆਪਣਾ ਨਿਕਲ ਲਓ, ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਅੱਜ ਤੱਕ ਕੋਈ ਕੰਮ ਕੀਤਾ ਤੁਸੀਂ?
ਫੌਜਾ ਸਿੰਘ ਸਰਾਰੀ ਦੇ ਤਾਂ ਤੁਹਾਡੇ ਕੋਲ ਜਵਾਬ ਨਹੀਂ ਦੇ ਹੁੰਦਾ। ਉਹ ਕਹਿੰਦੇ ਜੀ ਇੰਟਰਨਲ ਇਨਕੁਆਇਰੀ ਚੱਲ ਰਹੀ ਆ ਜੀ। ਉਹ ਵਿਜੇ ਸਿੰਗਲਾ ਜੀ ਨੂੰ ਚੱਕ ਕੇ ਅੰਦਰ ਦੇਤਾ, ਫੌਜਾ ਸਿੰਘ ਸਰਾਰੀ ਦੇ ਇੰਟਰਨਲ ਇਨਕੁਆਇਰੀ ਚਲਾ ਰਹੇ ਨੇ। ਵਿਜੇ ਸਿੰਗਲਾ ਤੁਹਾਨੂੰ ਬਹੁਤ ਦੁੱਖ ਹੋ ਰਿਹਾ ਹੈ ਨਾ? ਦੁੱਖ ਨਹੀਂ ਹੋ ਰਿਹਾ। ਜੇ ਵਿਜੇ ਸਿੰਗਲਾ ਨੂੰ ਤੁਸੀਂ ਅੰਦਰ ਦਿੱਤਾ, ਤੁਸੀਂ ਫੌਜਾ ਸਿੰਘ ਸਰਾਰੀ ਨੂੰ ਕਿਉਂ ਨਹੀਂ ਦਿੱਤਾ? ਉਹਦੇ ਲਈ ਤੁਹਾਡੀ ਵਿਜੀਲੈਂਸ ਕਿਉਂ ਚੁੱਪ ਕਰਕੇ ਬੈਠ ਜਾਂਦੀ ਹੈ? ਸਾਧੂ ਸਿੰਘ ਧਰਮਸੋਤ ਨੂੰ ਕੀਤਾ ਸੀ, ਤੁਹਾਡੀ ਵਿਜੀਲੈਂਸ ਕਿਉਂ ਚੁੱਪ ਜਿੰਦਰਪਾਲ ਨੂੰ ਕਰਕੇ ਬੈਠ ਕੀਤਾ, ਜਾਂਦੀ ਹੈ? ਭਾਰਤ ਭੂਸ਼ਣ ਆਸ਼ੂ ਨੂੰ ਕੀਤਾ, ਸੁੰਦਰ ਸ਼ਾਮ ਅਰੋੜੇ ਨੂੰ ਕੀਤਾ, ਹੈ ਨਾ? ਮੈਂ ਕਿਹਾ ਸਰ ਇੰਨੀ ਫੁਰਤੀ ਫੌਜਾ ਸਿੰਘ ਸਰਾਰੀ ਤੇ ਵੀ ਦਿਖਾ ਲੈਂਦੇ। ਕੋਈ ਗੱਲ ਨਹੀਂ, ਉਹਦੀ ਵੀ ਸਰ ਫੋਰੈਂਸਿਕ ਇਨਵੈਸਟੀਗੇਸ਼ਨ ਹੋ ਰਹੀ ਹੈ, ਹੋਊਗਾ। ਜੇ ਕੁਝ ਉਹਦਾ ਨਿਕਲੂਗਾ ਤਾਂ ਜ਼ਰੂਰ ਹੋਊਗਾ। ਅਸੀਂ ਵੀ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਆ, ਕਿਹੜੀ ਫੋਰੈਂਸਿਕ ਇਨਵੈਸਟੀਗੇਸ਼ਨ, ਕਿਹੜੀ ਏਜੰਸੀ ਉਹਦੀ ਜਾਂਚ ਕਰ ਰਹੀ ਹੈ? ਮੁੱਦੇ ਦੀ ਗੱਲ ਤੇ ਆਓ ਨਾ, ਮੁੱਦੇ ਦੀ ਗੱਲ ਤੇ ਆਓ। ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰੋ, ਬਾਕੀ ਗੱਲਾਂ ਵੀ ਹੋਣਗੀਆਂ। ਸਰ ਮੁੱਦੇ ਦੀ ਗੱਲ ਤੇ ਆਓ, ਕਿਹੜੀ ਏਜੰਸੀ ਉਹਦੇ ਖਿਲਾਫ ਜਾਂਚ ਕਰ ਰਹੀ ਹੈ? ਪੰਜਾਬ ਦੀ ਮੁੱਦੇ ਦੀ ਗੱਲ ਤੇ ਆਓ। ਤੁਸੀਂ ਆਮ ਆਦਮੀ ਪਾਰਟੀ ਦੀ ਸਟੇਟਮੈਂਟ ਡਿਨਾਈ ਕਰੋ। ਸਰਾਰੀ ਜਿਵੇਂ ਤੁਹਾਡਾ ਕਰਪਟ ਮਿਨਿਸਟਰ ਹੈ, ਉਹਦੇ ਖਿਲਾਫ ਕਿਹੜੀ ਏਜੰਸੀ ਜਾਂਚ ਕਰ ਰਹੀ ਹੈ? ਨਾਰੰਗ ਸਾਹਿਬ ਅੱਜ ਦੇ ਮੁੱਦੇ ਤੇ ਆਓ, ਡੀਰੇਲ ਨਾ ਕਰੋ। ਤੁਸੀਂ ਪਲੀਜ਼ ਡਿਨਾਈ ਕਰੋ ਜੋ ਅਸੀਂ ਕਹਿ ਰਹੇ ਹਾਂ। ਇਹਨਾਂ ਨੂੰ ਪੁੱਛੋ ਕਿ ਜਿਹੜੇ ਇਹਨਾਂ ਦੇ ਕਰਪਟ ਮੰਤਰੀ ਨੇ, ਉਹਨਾਂ ਦੇ ਖਿਲਾਫ ਕਿਹੜੀ ਏਜੰਸੀ ਜਾਂਚ ਕਰ ਰਹੀ ਹੈ? ਤੇ ਜਿਹੜੇ ਤੁਹਾਡੇ ਭਾਜਪਾ ਜਾ ਕੇ ਦੁੱਧ ਧੋਤੇ ਹੋ ਜਾਂਦੇ ਹੈ, ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੇ ਈਡੀ ਦਾ ਕੇਸ ਚੱਲ ਰਿਹਾ ਸੀਗਾ, ਹੋਰਾਂ ਤੇ ਕਈਆਂ ਤੇ ਚੱਲ ਰਿਹਾ ਸੀ, ਉਹਨਾਂ ਦੇ ਕੀ ਕਰਦੇ ਹੋ ਤੁਸੀਂ? ਕੀ ਕੀਤਾ ਤੁਸੀਂ? ਭਾਜਪਾ ਜਾ ਕੇ ਸਾਰੇ ਦੁੱਧ ਧੋਤੇ ਹੋ ਜਾਂਦੇ ਹੈ। ਤੁਹਾਨੂੰ ਲੱਗਦਾ ਵਾ ਪੰਜਾਬ ਸਰਕਾਰ ਤੁਹਾਡੀ ਹੈ, ਤੁਹਾਨੂੰ ਲੱਗਦਾ ਵਾ ਕਿ ਕੋਈ ਦੋਸ਼ੀ ਆ, ਤੁਸੀਂ ਉੱਤੇ ਐਫਆਈਆਰ ਦਰਜ ਕਰ ਲਓ। ਜਨਾਬ ਈਡੀ ਦਾ ਕੇਸ ਜਿਹੜਾ ਮਨੀ ਲਾਂਡਰਿੰਗ ਦਾ ਉਹ ਸੈਂਟਰ ਹੀ ਕਰਦਾ ਹੈ ਨਾ। ਪਰ ਅੱਜ ਆਪਣਾ ਜਿਹੜਾ ਮੁੱਦਾ ਹੈ ਉਹ ਆਪਣਾ ਇਹ ਮੁੱਦੇ ਤੇ ਆਓ, ਸਾਡੀ ਸਟੇਟਮੈਂਟ ਡਿਨਾਈ ਕਰੋ। ਅੱਜ ਜੋ ਅਸੀਂ ਡਿਸਕਸ਼ਨ ਕਰ ਰਹੇ ਹਾਂ ਉਹ ਇਹਦੇ ਤੇ ਹੈ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਤੇ ਜਿਹੜਾ ਡਾਊਟ ਖੜਾ ਕੀਤਾ ਜਾ ਰਿਹਾ ਹੈ, ਦਿੰਦੇ ਹੀ ਕਿਉਂ ਨੇ ਜੀ? ਬੇਤੁਕੀਆ ਸਟੇਟਮੈਂਟ ਹੈ, ਦਿੰਦੇ ਹੀ ਕਿਉਂ ਨੇ? ਉਹ ਸ਼ਬਦ ਕਹਿ ਦਿਓ, ਕੇਂਦਰ ਸਰਕਾਰ ਦੇ ਸ਼ਬਦ ਕਹਿ ਦੇ ਤੇ ਝੂਠ ਹੈ। ਦੇਖੋ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਜਾਰੀ ਕੀਤੀ, ਉਹਨਾਂ ਨੇ ਦੱਸਿਆ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਤੇ ਉਹਨੂੰ ਜਲਦ ਅਸੀਂ ਭਾਰਤ ਲਿਆਉਣ ਦਾ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ। ਤੇ ਉਹਦੇ ਤੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਤੋਂ ਲੀਡਰਸ ਨੇ ਡਾਊਟ ਕੀਤੇ, ਸਵਾਲ ਪੁੱਛੇ ਜਾਣੇ ਵੀ ਜ਼ਰੂਰੀ ਹੈ। ਵਿਰੋਧੀ ਧਿਰਾਂ ਦਾ ਕੰਮ ਹੈ ਕਿ ਸਵਾਲ ਪੁੱਛਿਆ ਜਾਵੇ, ਤੇ ਕਾਂਗਰਸ ਨੇ ਵੀ ਇਹੀ ਕੀਤਾ, ਬੀਜੇਪੀ ਨੇ ਵੀ ਇਹੀ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ, ਪੰਜਾਬ ਦੇ ਕਈ ਲੋਕਾਂ ਨੇ ਵੀ ਕੀਤਾ, ਸਵਾਲ ਪੁੱਛਿਆ। ਤੇ ਚੰਗੀ ਗੱਲ ਹੈ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸਾਡੇ ਨਾਲ ਜੁੜੇ ਹੋਏ ਨੇ, ਉਹ ਗੱਲ ਦੱਸ ਰਹੇ ਨੇ ਕਿ ਕੇਂਦਰ ਸਰਕਾਰ ਸੋਰਸ ਹੈ। ਜਗਮੀਤ ਢਿੱਲੋਂ ਜੀ, ਤੁਹਾਡਾ ਵੀ ਸਵਾਲ ਇਹੀ ਸੀ ਕਿ ਜੀ ਇਹ ਸੋਰਸ ਕਿੱਥੋਂ ਆਇਆ? ਤੁਸੀਂ ਕੁਝ ਸਵਾਲ ਪੁੱਛਣਾ ਚਾਹ ਰਹੇ ਹੋ ਜੀ? ਹਾਂਜੀ ਅਮਨਦੀਪ ਜੀ, ਮੈਂ ਬੜਾ ਹੈਰਾਨ ਆ ਮਲਹੋਤਰਾ ਸਾਹਿਬ ਜੀ ਦੇ ਬਿਆਨ ਤੋਂ ਤੇ ਅੱਗੋਂ ਬੀਜੇਪੀ ਦੇ ਰਿਪਲਾਈ ਤੋਂ। ਮਲਹੋਤਰਾ ਸਾਹਿਬ ਨੇ ਸੋਰਸ ਦੱਸਿਆ ਕਿ ਸਾਨੂੰ ਤਾਂ ਸੈਂਟਰਲ ਗਵਰਨਮੈਂਟ ਨੇ ਇਨਫੋਰਮ ਕੀਤਾ ਸੀ ਕਿ ਉਹ ਡਿਟੇਨ ਹੋ ਗਿਆ, ਤੇ ਅੱਗੋਂ ਬੀਜੇਪੀ ਦੇ ਲੋਕੇਸ਼ ਨਾਰੰਗ ਜੀ ਸਤਿਕਾਰਯੋਗ ਨੇ, ਉਹਨਾਂ ਕਿਹਾ ਕਿ ਅਸੀਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਸੋ ਕੌਣ ਸੱਚ ਬੋਲ ਰਿਹਾ ਹੈ, ਕੌਣ ਝੂਠ ਬੋਲ ਰਿਹਾ ਹੈ? ਇੱਥੇ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਸਰਕਸ ਚੱਲ ਰਹੀ ਹੈ। ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦਾ ਆਪਸ ਵਿੱਚ ਕੀ ਟਾਈ ਅਪ ਹੈ? ਫਿਰ ਮਤਲਬ ਕਿ ਇਹ ਸਮੁੱਚੇ ਕੇਸ ਦੇ ਲੈ ਕੇ ਸੀਰੀਅਸ ਹੀ ਨਹੀਂ ਹੈਗੇ। ਜਾਂ ਤਾਂ ਫਿਰ ਬੀਜੇਪੀ ਝੂਠ ਬੋਲ ਰਹੀ ਹੈ, ਜਾਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਇੱਥੇ ਚੈਨਲ ਤੇ ਬੈਠ ਕੇ ਝੂਠ ਬੋਲ ਰਹੇ ਨੇ। ਕਿਉਂਕਿ ਜਿੱਥੋਂ ਤੱਕ ਮੇਰਾ ਖਿਆਲ ਹੈ, ਹਾਲੇ ਤੱਕ ਇਹਨਾਂ ਦੇ ਕਿਸੇ ਵੀ, ਚਾਹੇ ਉਹ ਸਟੇਟ ਸਪੋਕਸ ਪਰਸਨ ਨੇ ਇਹਨਾਂ ਦੇ ਜਿਹੜੇ, ਜਾਂ ਫਿਰ ਸੀਐਮ ਸਾਹਿਬ ਨੇ, ਜਾਂ ਕੋਈ ਹੋਰ ਨੇਤਾ ਨੇ, ਉਹਨਾਂ ਨੇ ਸੋਰਸ ਨਹੀਂ ਇਹ ਦੱਸਿਆ ਕਿ ਸੋਰਸ ਕਿਹੜਾ ਸੀ। ਸੋ ਇੱਥੇ ਦੱਸਦੇ ਨੇ ਤਾਂ ਬੀਜੇਪੀ ਡਿਨਾਈ ਕਰਦੀ ਹੈ। ਸੋ ਕਿਰਪਾ ਕਰਕੇ ਰਾਜਨੀਤੀ ਨਾ ਅਸੀਂ ਕਰੀਏ, ਅਸੀਂ ਦੇਖੀਏ ਕਿ ਸੱਚਾਈ ਦੇ ਵਿੱਚ ਕੀ ਲੁਕਿਆ ਹੈ, ਕਿ ਕੀ ਹੈ। ਕਿਉਂਕਿ ਗੋਲਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾ ਕੇ ਸਪਸ਼ਟ ਕੀਤਾ, ਤੇ ਅਮਰੀਕਾ ਵੱਲੋਂ ਵੀ, ਅਮਰੀਕਨ ਗਵਰਨਮੈਂਟ ਵੱਲੋਂ ਵੀ ਕੋਈ ਸਪਸ਼ਟਤਾ ਨਹੀਂ ਆਈ। ਇਹ ਜ਼ਰੂਰ ਕਿਹਾ ਗਿਆ ਕਿ FBI ਦੀ ਨਿਗਰਾਨੀ ਹੇਠ ਹੈ, ਨਾ ਕਿ ਡਿਟੈਂਸ਼ਨ ਹੇਠ ਹੈ। ਜਦਕਿ ਮਲਹੋਤਰਾ ਸਾਹਿਬ ਕਹਿੰਦੇ ਕਿ ਅਸੀਂ ਤਾਂ ਕੋਈ ਬਿਆਨ ਨਹੀਂ ਦਿੱਤਾ ਗ੍ਰਿਫਤਾਰੀ ਵਾਲੀ। ਇਹਨਾਂ ਨੂੰ ਮੈਂ ਦੱਸਾਂ ਕਿ ਪਰਸੋਂ ਅਨਮੋਲ ਗਗਨ ਮਾਨ ਦਾ ਇੱਕ ਬਿਆਨ ਸੀ। ਮਲਹੋਤਰਾ ਸਾਹਿਬ ਅਨਮੋਲ ਗਗਨ ਮਾਨ ਦਾ ਇੱਕ ਬਿਆਨ ਸੀ ਕਿ ਗੋਲਡੀ ਬਰਾੜ ਸਾਡੇ ਉੱਥੇ ਹੱਥੇ ਚੜ ਗਿਆ ਹੈ ਤੇ ਜਲਦੀ ਉਹਨੂੰ ਇੱਥੇ ਪੰਜਾਬ ਲਿਆਂਦਾ ਜਾਵੇਗਾ। ਜੇ ਤੁਹਾਨੂੰ ਕੋਈ ਕਲੈਰੀ ਮਲਹੋਤਰਾ ਸਾਹਿਬ, ਮੈਂ ਕਹਿ ਰਿਹਾ ਅਸੀਂ ਉਹਨਾਂ ਗ੍ਰਿਫਤਾਰੀ ਕਹੀ ਸੀ। ਅਨਮੋਲ ਗਗਨ ਮਾਨ ਨੇ ਕਿਹਾ ਗ੍ਰਿਫਤਾਰ ਕੀਤਾ ਤੁਹਾਡੇ ਮੰਤਰੀ ਹੈ, ਕਿਰਪਾ ਕਰਕੇ ਤੁਸੀਂ ਉਹਨਾਂ ਦਾ ਬਿਆਨ ਚੈੱਕ ਕਰੋ। ਤੁਸੀਂ ਸਾਹਿਬ ਨੇ ਵੀ ਇੱਥੇ ਕਹਿ ਰਹੇ ਹੋ, ਕੰਗ ਸਾਹਿਬ ਨੇ ਵੀ, ਤੁਹਾਡੇ ਮੰਤਰੀਆਂ ਦੇ ਬਿਆਨ ਨੇ ਡਿਟੈਂਸ਼ਨ ਕਹੀ ਹੈ। ਬਿਲਕੁਲ ਨਹੀਂ ਜੀ, ਬੀਜੇਪੀ ਤੇ ਹਾਲੇ ਵੀ ਕਹਿ ਰਹੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਦੱਸਿਆ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਸੈਂਟਰਲ ਗਵਰਨਮੈਂਟ ਤਾਂ ਹਾਲੇ ਤੱਕ ਪੱਲਾ ਝਾੜ ਰਹੀ ਹੈ। ਸੈਂਟਰਲ ਗਵਰਨਮੈਂਟ ਨੇ ਤੁਹਾਡਾ ਇੱਕ ਵਾਰ ਵੀ ਸੋਰਸ ਨਹੀਂ ਬਣੇ, ਤੁਹਾਡੇ ਇੱਕ ਵਾਰ ਵੀ ਸੋਰਸ ਨਹੀਂ ਬਣੇ। ਸੋ ਤੁਸੀਂ ਕਿਸ ਤਰ੍ਹਾਂ ਇਹ ਬੇਬੁਨਿਆਦ ਗੱਲਾਂ ਕਰ ਰਹੇ ਹੋ? ਜਗਮੀਤ ਜੀ ਜਵਾਬ ਲੈ ਲਓ। ਦੇਖੋ ਜਿਹੜੇ ਆਪਾਂ ਇੱਥੇ ਬੈਠੇ ਆ, ਸਾਡੀ ਉਦੋਂ ਤੱਕ ਕੋਈ ਬੁੱਕਤ ਨਹੀਂ, ਸਾਡੀ ਸਟੇਟਮੈਂਟ ਦੀ ਕੋਈ ਬੁੱਕਤ ਨਹੀਂ ਜਦੋਂ ਤੱਕ ਉੱਪਰੋਂ ਇੱਕ ਆਥੋਰਾਈਜ਼ਡ ਬੰਦਾ ਜਿਹੜਾ who is in the know of things officially
ਉਹ ਜਦ ਤੱਕ ਸਟੇਟਮੈਂਟ ਨਹੀਂ ਦਿੰਦਾ। ਸਾਡੀ ਪਾਰਟੀ ਵੱਲੋਂ ਤਾਂ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦੇਤੀ, ਪਰ ਭਾਜਪਾ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ, ਕੇਂਦਰ ਸਰਕਾਰ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਸੋ ਨੀਚੇ ਜਿਹੜੇ ਆਪਾਂ ਬੋਲ ਰਹੇ ਹਾਂ ਉਹਨਾਂ ਦੀ ਗੱਲ ਦੀ ਉਦੋਂ ਤੱਕ ਕੋਈ ਅਹਿਮੀਅਤ ਨਹੀਂ ਜਦੋਂ ਤੱਕ ਉੱਤੋਂ ਸਟੇਟਮੈਂਟ ਨਹੀਂ ਆਉਂਦੀ। ਸਾਡੇ ਤਾਂ ਮੁੱਖ ਮੰਤਰੀ ਸਾਹਿਬ ਨੇ ਦੇਤੀ, ਤਾਂ ਮੈਂ ਤਾਂ ਇਹਨਾਂ ਨੂੰ ਬੇਨਤੀ ਕਰ ਰਿਹਾ ਕਿ ਕੇਂਦਰ ਵੱਲੋਂ ਆਣੀ ਚਾਹੀਦੀ। ਜੇ ਸਾਡੀ ਸਟੇਟਮੈਂਟ ਗਲਤ ਹੈ ਤਾਂ ਕੇਂਦਰ ਵੱਲੋਂ ਡਿਨਾਇਲ ਆਣਾ ਚਾਹੀਦਾ, ਉਸ ਤੋਂ ਬਾਅਦ ਨਾਰੰਗ ਸਾਹਿਬ ਦੀ ਗੱਲ ਦੀ ਵੈਲਿਊ ਹੈ, ਅਦਰਵਾਈਜ਼ ਕੋਈ ਵੈਲਿਊ ਨਹੀਂ ਜੀ। ਸਰ ਮਲਹੋਤਰਾ ਸਾਹਿਬ, ਨਾਰੰਗ ਸਾਹਿਬ ਕੇਂਦਰ ਦੀ ਨੁਮਾਇੰਦਗੀ ਲਈ ਹੀ ਇੱਥੇ ਬੈਠੇ ਨੇ। ਤੁਸੀਂ ਸ਼ਾਇਦ ਉਹਨਾਂ ਦੇ ਨਾਮ ਅੱਗੇ ਪੜਿਆ ਨਹੀਂ। ਬੀਜੇਪੀ ਦਾ ਪ੍ਰਵਕਤਾ, ਬੀਜੇਪੀ ਨੇ ਉਹਨਾਂ ਨੂੰ ਭੇਜਿਆ ਹੈ। ਅਗਰ ਬੀਜੇਪੀ ਨੇ ਭੇਜਿਆ ਹੈ ਤੇ ਆਪਣੀ ਇਨਫੋਰਮੇਸ਼ਨ ਦੇ ਕੇ ਭੇਜਿਆ, ਡਿਨਾਈ ਨਹੀਂ ਕੀਤਾ। ਹੋਮ ਮਿਨਿਸਟਰੀ ਨੇ ਅਗਰ ਉਹਨਾਂ ਦੇ ਪ੍ਰਵਕਤਾ ਭਾਈ ਸਾਹਿਬ ਤੁਹਾਡੇ ਨਾਲ ਡਿਬੇਟ ਵਿੱਚ ਅਮਿਤ ਸ਼ਾਹ ਜੀ ਆ ਕੇ ਤਾਂ ਡਿਨਾਈ ਨਹੀਂ ਕਰਨਗੇ, ਉਹਨਾਂ ਦੇ ਪ੍ਰਵਕਤਾ ਹੀ ਜਨਾਬ ਮੇਰੇ ਕੋਲ ਇੱਥੇ ਆਉਣ ਦੀ ਲੋੜ ਨਹੀਂ, ਉੱਥੋਂ ਹੀ ਦੋ ਸ਼ਬਦ ਕਹਿ ਦੇਣ ਕਿ ਝੂਠ ਹੈ, ਬਸ ਇਹਨੇ ਦੋ ਸ਼ਬਦ ਕਹਿ ਦੇਣ। ਉਹਨਾਂ ਦੇ ਮਲਹੋਤਰਾ ਸਾਹਿਬ ਉਹਨਾਂ ਦੇ ਪ੍ਰਵਕਤਾ ਜਦੋਂ ਡਿਨਾਈ ਕਰ ਰਹੇ ਨੇ ਤੇ ਉਹਨਾਂ ਦੀ ਪਾਰਟੀ ਦੀ ਗੱਲ ਹੈ, ਲੀਡਰਸ਼ਿਪ ਦੀ ਗੱਲ ਹੈ। ਜਿਸ ਤਰ੍ਹਾਂ ਅਸੀਂ ਆਪਣੀ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ ਜੀ। ਨਾਰੰਗ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਬਿਲਕੁਲ ਨਹੀਂ ਜੀ ਨਾਰੰਗ ਸਾਹਿਬ। ਅਮਨਦੀਪ ਜੀ ਦੇਖੋ, ਢਿੱਲੋਂ ਸਾਹਿਬ ਵੀ ਸੁਣ ਰਹੇ ਸੀ, ਮਲਹੋਤਰਾ ਜੀ ਨੇ ਕਿਹਾ ਕਿ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਆ। ਜੇ ਸੈਂਟਰ ਗਵਰਨਮੈਂਟ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ, ਕੋਈ ਵਰਬਲ ਐਕਸਚੇਂਜ ਤਾਂ ਹੁੰਦੀ ਨਹੀਂ, ਕੋਈ ਇਹਨਾਂ ਨੂੰ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਆਏਗੀ, ਮਾਨ ਸਾਹਿਬ ਉਹਨੂੰ ਸਾਂਝਾ ਕਰ ਦੇਣ। ਉਹ ਜਿਹੜੀ ਮਲਹੋਤਰਾ ਜੀ ਬਾਰ-ਬਾਰ ਗੱਲ ਕਹਿ ਰਹੇ ਨੇ ਕਿ ਤੁਹਾਡੀ ਸਟੇਟਮੈਂਟ ਜੋ ਤੁਹਾਡੇ ਚੀਫ ਮਿਨਿਸਟਰ ਸਾਹਿਬ ਦੇ ਰਹੇ ਨੇ, ਸੈਂਟਰ ਗਵਰਨਮੈਂਟ ਨੇ ਕਿਤੇ ਉਹਦੇ ਨਾਲ ਐਗਰੀ ਵੀ ਨਹੀਂ ਕੀਤਾ। ਅਸੀਂ ਰੋਜ਼ ਤੁਹਾਡੀ ਬੇਫਜ਼ੂਲ ਦੀ ਗੱਲਾਂ ਦਾ ਜਵਾਬ ਦੇ ਲਈ ਨਹੀਂ, ਤੁਸੀਂ ਤਾਂ ਰੋਜ਼ ਹੀ ਨਾਰਕੀ ਕ੍ਰੀਏਟ ਸੇਇੰਗ ਆਪਾਂ ਚੈਨਲ ਤੇ ਕਹਿ ਰਹੇ ਆ ਕਿ ਸੈਂਟਰ ਗਵਰਨਮੈਂਟ ਨੇ ਟਿਲ ਡੇਟ ਤੁਹਾਨੂੰ ਕੋਈ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ। ਤੁਸੀਂ ਪਤਾ ਨਹੀਂ ਕਿਹੜੀ ਸੈਂਟਰ ਗਵਰਨਮੈਂਟ ਤੋਂ ਇਨਫੋਰਮੇਸ਼ਨ ਲੈ, ਤੁਸੀਂ ਦੱਸੋ ਨਾ ਕਿ ਤੁਹਾਨੂੰ ਕਿਹੜੀ ਸੈਂਟਰ ਗਵਰਨਮੈਂਟ ਦੇ ਕਿਹੜੇ ਸੈਂਟਰਲ ਏਜੰਸੀ ਦੇ ਆਫੀਸਰ ਨੇ ਤੁਹਾਨੂੰ ਕਮਿਊਨੀਕੇਟ ਕੀਤਾ। ਇਨਫੋਰਮੇਸ਼ਨ ਕੋਈ ਸੋਲਿਡ ਚੈਨਲ ਦੇ ਥਰੂ ਹੀ ਆਂਦੀ ਹੈ ਨਾ, ਐਵੇਂ ਤਾਂ ਨਹੀਂ ਆ ਜਾਂਦੀ। ਦੱਸ ਦਿਓ ਨਾ ਕਿ ਤੁਸੀਂ ਕਹਿ ਰਹੇ ਹੋ ਸੈਂਟਰਲ ਗਵਰਨਮੈਂਟ ਨੇ ਦੱਸਿਆ, ਕਨਫਰਮ ਕਰਨ ਤੋਂ ਬਾਅਦ ਹੀ ਗੱਲ ਕਰਨਾ। ਉਹ ਇਨਫੋਰਮੇਸ਼ਨ ਵਾਲੇ ਦਾ ਨਾਮ ਦੱਸ ਦਿਓ। ਜੇ ਤੁਹਾਨੂੰ ਸ਼ੱਕ ਹੈ, ਜੇ ਤੁਹਾਨੂੰ ਲੱਗਦਾ ਗਲਤ ਹੈ, ਅਸੀਂ ਤਾਂ ਕੇਂਦਰ ਤੇ ਉਂਗਲੀ ਚੱਕ ਰਹੇ ਹਾਂ, ਅਸੀਂ ਤਾਂ ਕੇਂਦਰ ਤੇ ਉਂਗਲੀ ਚੱਕ ਰਹੇ ਹਾਂ। ਕੇਂਦਰ ਦਾ ਫਰਜ਼ ਬਣਦਾ ਫਿਰ ਡਿਨਾਈ ਕਰ ਦੇਵੇ। ਕਹਿ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਕੇਂਦਰ ਨੇ ਭੁੱਲੀਆਂ ਗੱਲਾਂ ਨਾ ਕਰੋ ਨਾਰੰਗ ਸਾਹਿਬ, ਭੁੱਲੀਆਂ ਗੱਲਾਂ ਨਾ ਕਰੋ। ਪੰਜਾਬ ਦੇ ਲੋਕ ਦੇਖ ਰਹੇ ਹੈ, ਅਸੀਂ ਤਾਂ ਸ਼ਰੇਆਮ ਚੈਲੰਜ ਕਰ ਰਹੇ ਹਾਂ ਤੁਹਾਨੂੰ। ਦੇਖ ਰਹੇ ਆ, ਦੇਖੋ ਤੁਹਾਨੂੰ ਦੇਖ ਕੇ ਤੁਹਾਡੀ ਸਰਕਾਰ। ਮਲਹੋਤਰਾ ਸਾਹਿਬ ਕਿਸ ਨੁਮਾਇੰਦੇ ਨੇ ਇਨਫੋਰਮੇਸ਼ਨ ਕੀ ਹੈ, ਤੁਸੀਂ ਦੱਸ ਦਿਓ ਕਿਸ ਨੁਮਾਇੰਦੇ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਤੁਹਾਡੇ ਨਾਲ? ਕਿਸੇ ਦਾ ਨਾਮ, ਸ਼ਖਸ, ਕੋਈ ਈਮੇਲ ਆਈਡੀ ਤਾਂ ਹੋਏਗੀ ਜੋ ਮੁੱਖ ਮੰਤਰੀ ਸਾਹਿਬ ਨੇ ਉਹਦੇ ਸਟੇਟਮੈਂਟ ਦਿੱਤੀ। ਮੈਨੂੰ ਤਾਂ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਸਿੱਧਾ FBI ਤਾਂ ਅਮਰੀਕਾ ਤੋਂ ਇਨਫੋਰਮੇਸ਼ਨ ਨਹੀਂ ਦੇ ਰਿਹਾ, ਏਦਾਂ ਤਾਂ ਪੋਸੀਬਲ ਨਹੀਂ। ਤੁਹਾਡੇ ਕੋਲ ਕੋਈ ਨਾ ਪਤਾ ਨਹੀਂ, ਤੁਸੀਂ ਉਹ ਡਾਇਲੋਗ ਕਰੀਏ। ਮਲਹੋਤਰਾ ਸਾਹਿਬ ਤੁਸੀਂ ਉਹ ਪਾਰਟੀ ਹੋ ਜਿਹੜੇ ਨਿੱਕੀ ਨਿੱਕੀ ਗੱਲ ਤੇ ਆਡੀਓ ਕਲਿੱਪ ਤੇ ਵੀਡੀਓ ਕਲਿੱਪ ਰਿਲੀਜ਼ ਕਰ ਦਿੰਦੇ ਹੋ, ਬਟ ਇਸ ਬਾਰੇ 3 ਦਿਨ ਹੋ ਗਏ ਹਾਲੇ ਤੱਕ ਅਸੀਂ ਸੋਰਸ ਨਹੀਂ ਦੱਸਿਆ। ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਆਪਾਂ? ਨਿੱਕੀ ਨਿੱਕੀ ਗੱਲ ਤੇ ਅਸੀਂ ਸਟਿੰਗ ਆਪਰੇਸ਼ਨ ਤੁਸੀਂ ਨਾ ਮੰਨੋ, ਤੁਹਾਡਾ ਦਿਲ ਨਹੀਂ ਮੰਨਦਾ ਤਾਂ ਤੁਸੀਂ ਨਾ ਮੰਨੋ। ਬਰਾੜ ਸਾਹਿਬ ਤੁਹਾਡਾ ਦਿਲ ਨਹੀਂ ਮੰਨਦਾ ਤਾਂ ਤੁਸੀਂ ਨਾ ਮੰਨੋ। ਤੁਸੀਂ ਮਲਹੋਤਰਾ ਸਾਹਿਬ ਤੁਸੀਂ ਸੋਰਸ ਡਿਸਕਲੋਜ਼ ਕਿਉਂ ਨਹੀਂ ਕਰ ਰਹੇ? ਸੋਰਸ ਹੁਣ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਸੋਰਸ ਨਹੀਂ ਦੱਸਿਆ ਜੀ, ਉਹਨਾਂ ਨੂੰ ਜਿਹੜੇ ਸੋਰਸ ਕੋਲੋਂ ਆਈ ਆ ਇੱਕ ਜ਼ਿੰਮੇਵਾਰ ਬੰਦੇ ਨੇ ਸਟੇਟਮੈਂਟ ਦਿੱਤੀ ਹੈ। ਪਹਿਲਾਂ ਕੀ ਸੈਂਟਰ ਗਵਰਨਮੈਂਟ ਨੇ ਦੱਸਿਆ, ਯਾਨੀ ਕਿ ਸਰ ਉਹ ਤਾਂ ਆਬਵੀਅਸ ਹੈ ਕਿ ਸੈਂਟਰ ਗਵਰਨਮੈਂਟ ਨੇ ਦੱਸਿਆ, ਸੈਂਟਰ ਗਵਰਨਮੈਂਟ ਨੇ ਦੱਸਿਆ, ਉਹ ਤੋਂ ਕਿਹੜਾ ਬੰਦਾ ਕਿਹੜਾ ਨਹੀਂ ਹੈ। ਆਬਵੀਅਸ ਕਿਵੇਂ ਹੋ ਸਕਦਾ ਹੈ? ਹਵਾ ਵਿੱਚ ਗੱਲਾਂ ਕਰ ਰਹੇ ਹੋ, ਗਵਰਨਮੈਂਟ ਨੇ ਦੱਸੋ ਕਿਹੜੀ ਆਫੀਸ਼ੀਅਲ ਕਮਿਊਨੀਕੇਸ਼ਨ ਹੋਈ ਆ। ਅਮਨਦੀਪ ਜੀ ਆਈ ਥਿੰਕ ਆਪਾਂ ਫालतू ਦੀ ਬਹਿਸ ਵਿੱਚ ਪਏ ਆ, ਕੋਈ ਹੋਰ ਜੇ ਇਸ 'ਚ ਗੱਲ ਹੈ ਤਾਂ ਕਰੋ ਪਲੀਜ਼। ਬਿਲਕੁਲ ਬਿਲਕੁਲ ਲੋਕੇਸ਼ ਨਾਰੰਗ ਜੀ ਸਰ ਇਹੀ ਕਰਦੇ ਨੇ ਤੇ ਆਮ ਆਦਮੀ ਪਾਰਟੀ ਨੇ ਜੋ ਕਿਹਾ ਅਮਨਦੀਪ ਜੀ ਇਦਾਂ ਹੀ ਕਰਦੇ ਨੇ, ਜਦੋਂ ਇਹਨਾਂ ਨੂੰ ਲੱਗਦਾ ਨਾ ਕਿ ਇਹਨਾਂ ਦੀ ਕਿਰਕਰੀ ਹੋਣ ਲੱਗੀ ਫਿਰ ਕਹਿੰਦੇ ਸਵਾਲ ਬੇਕਾਰ ਨੇ, ਛੱਡੋ ਕਿਸੇ ਹੋਰ ਗੱਲ ਤੇ ਗੱਲ ਕਰੋ। ਅਮਨਦੀਪ ਜੀ ਜਾਂ ਕੁਰਸੀ ਖਾਲੀ ਜਾਂ ਖਾਲੀ ਕੁਰਸੀ ਦੇਖਣ ਨੂੰ ਮਿਲਦੀ ਆ, ਤੁਹਾਡੇ ਜੀ ਹਿੰਮਤ ਨਹੀਂ ਤੁਹਾਨੂੰ ਮਿਲਦੀ ਆ, ਤੁਹਾਡੀ ਸਰਕਾਰ ਦੀ ਹਿੰਮਤ ਨਹੀਂ ਡਿਨਾਈ ਕਰਨ ਦੀ ਹੈ ਨਾ। ਇੱਕ ਮੁੱਖ ਮੰਤਰੀ ਨੇ ਸਟੇਟਮੈਂਟ ਦੇਤੀ ਜੋ ਵੀ ਹੋ ਰਿਹਾ। ਚਲੋ ਮੇਰੇ ਖਿਆਲ ਆਪਾਂ ਨੂੰ ਸਰ ਡੀਜੀਪੀ ਸਾਹਿਬ ਨੂੰ ਸੁਣ ਲੈਣਾ ਚਾਹੀਦਾ, ਉਹ ਕਾਫੀ ਦੇਰ ਤੋਂ ਸਾਡੀ ਗੱਲ ਸੁਣ ਰਹੇ ਨੇ। ਸ਼ਸ਼ੀਕਾਂਤ ਜੀ, ਜੋ ਪ੍ਰੋਸੈਸ ਸੀਗਾ ਤੁਸੀਂ ਦੱਸਿਆ ਕਿ ਜੋ ਫੋਰਨ ਤੋਂ ਇਨਫੋਰਮੇਸ਼ਨ ਆਉਣੀ ਹੈ ਕੇਂਦਰ ਕੋਲ ਆਉਣੀ ਹੈ, ਕੇਂਦਰ ਤੋਂ ਪੰਜਾਬ ਸਰਕਾਰ ਕੋਲ ਆਉਣੀ ਹੈ, ਉਹੀ ਪ੍ਰੋਸੈਸ ਦੱਸ ਰਹੇ ਨੇ RPS ਮਲਹੋਤਰਾ ਜੀ। ਗੱਲ ਹੈ ਜਿਹੜੀ ਸਵਾਲ ਇੱਥੇ ਉੱਠ ਰਹੇ ਹੈ ਬਾਕੀ ਲੋਕਾਂ 'ਚ ਵੀ, ਜਿਹੜੇ ਅੱਜ ਖਬਰ ਆ ਰਹੀ ਹੈ ਕਿ ਗੋਲਡੀ ਬਰਾੜ ਨੇ ਆਪ ਕਾਲ ਕਰਕੇ ਵੀ ਜੋ ਗੱਲਬਾਤ ਕਹੀ ਹੈ, ਜੋ ਆਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਦੱਸਿਆ ਜਾ ਰਿਹਾ ਹੈ ਕਿ ਅਸੀਂ ਤਾਂ ਫੜੇ ਨਹੀਂ ਗਏ ਜਾਂ ਸਾਡਾ ਕੋਈ ਵੀ ਸਾਥੀ ਨਹੀਂ ਫੜਿਆ ਗਿਆ। ਤੇ ਉਹ ਚੀਜ਼ਾਂ ਕਿੱਥੋਂ ਤੱਕ ਜਿਹੜੀ ਇਨਵੈਸਟੀਗੇਸ਼ਨ ਹੋਊਗੀ ਜਾਂ ਉਹਨਾਂ ਨੂੰ ਇੰਡੀਆ ਲਿਆਉਣ ਦਾ ਪ੍ਰੋਸੈਸ ਹੈ ਉਹਦੇ 'ਚ ਕਿੱਥੇ ਅੜਿੱਕਾ ਲਾ ਸਕਦੀ ਹੈ?
ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇ ਤੇ ਜੋ ਵੀ ਇਨਸਾਫ ਹੈ ਉਹ ਹੋਵੇ, ਜੋ ਵੀ ਗੁਨਹਗਾਰ ਹੈ ਉਹਨੂੰ ਸਜ਼ਾ ਮਿਲੇ। ਪਰ ਜੋ ਕੁਝ ਹੋ ਰਿਹਾ ਕੀ ਇਹਦੇ 'ਚ ਕੋਈ ਪੋਸੀਬਿਲਿਟੀ ਹੈ ਕਿ ਕੋਈ ਇਨਵੈਸਟੀਗੇਸ਼ਨ 'ਚ ਵੀ ਦਿੱਕਤ ਆਵੇ? ਅਜੇ ਇਹ ਗੱਲਾਂ ਜਿਹੜੀ ਹੈਗੀਆਂ ਨੇ ਆਈ ਥਿੰਕ ਬੜਾ ਪ੍ਰੀਮੈਚੁਰ ਜਿਹੀ ਗੱਲ ਹੈਗੀ ਹੈ। ਕੋਈ ਬੰਦਾ ਜਿਹੜਾ ਹੈਗਾ ਫੇਸਬੁੱਕ ਤੇ ਪਾ ਦੇ ਕਿ ਮੈਂ ਗੋਲਡੀ ਬਰਾੜ ਹੈਗਾ ਜਾਂ ਮੈਂ ਇਹ ਹੈਗਾ ਫਲਾਣਾ ਟਿਮਕਾਣਾ ਹੈਗਾ, देयर इज नो वे टू ਕਨਫਰਮ ਇਟ। ਜਿਵੇਂ ਤੁਸੀਂ ਫੇਸਬੁੱਕ ਨੂੰ ਕੰਟੈਕਟ ਕਰਕੇ ਉਹਦਾ ऑथेंटिसिटी नहीं ਮੰਗੋਗੇ। अब इंटरव्यू हो रहा हैगा, एनीबॉडी कैन से दैट इज गोल्डी बराड़, मैं कह दिया तुसी कह दे, कोई भी कह सकता हैगा। इसे करके मैं पहले तो बेनती की सी कि मैं कोई पॉलिटिकल कमेंट या अनयूजुअल फालतू का कमेंट विचकार नहीं मारना चाहता है ना मारता है। इस करके मैं पूरा प्रोसीजर दस दिता सी। ये प्रोसीजर हैगा हुण गोल्डी बराड़ सी कि नहीं सी। मेरी तो रिक्वेस्ट ये होगी लेट्स वेट एंड सी, सारी गल जिहड़ी एक अद्धे दिन च क्लीयर हो जाएगी। थैंक यू जी। ਜਿਵੇਂ ਸ਼ਸ਼ੀਕਾਂਤ ਜੀ ਨੇ ਦੱਸਿਆ ਕਿ ਅਸੀਂ ਜੋ ਵੀ ਦੇਖ ਰਹੇ ਹਾਂ, ਜੋ ਅਸੀਂ ਇਨਫੋਰਮੇਸ਼ਨ ਲੈ ਰਹੇ ਹਾਂ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਜਾ ਚੁੱਕਾ ਹੈ। ਫਿਰ ਫੇਸਬੁੱਕ ਤੇ ਕਿਸੇ ਪੋਸਟ ਤੇ ਇਹ ਦੱਸਿਆ ਜਾਂਦਾ ਕਿ ਗੋਲਡੀ ਬਰਾੜ ਨੂੰ ਨਹੀਂ ਡਿਟੇਨ ਕੀਤਾ ਗਿਆ ਜਾਂ ਗੋਲਡੀ ਬਰਾੜ ਹੀ ਆ ਮੈਂ ਤੇ ਮੈਨੂੰ ਨਹੀਂ ਡਿਟੇਨ ਕੀਤਾ ਗਿਆ। ਫੋਨ ਕਾਲ ਤੇ ਵੀ ਅਸੀਂ ਉਹਨਾਂ ਭਰੋਸਾ ਨਹੀਂ ਕਰ ਸਕਦੇ। ਪਰ ਕਿੰਨਾ ਜ਼ਰੂਰੀ ਹੈ ਗੋਲਡੀ ਬਰਾੜ ਨੂੰ ਪੰਜਾਬ ਦੇ ਵਿੱਚ ਲਿਆਉਣਾ। ਤੇ ਜਿੰਨੇ ਵੀ ਕੇਸਿਸ ਹੈ, ਸਿਰਫ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੈ ਇਹਦੇ ਵਿੱਚ ਹੋਰ ਵੀ ਕਈ ਕਤਲ ਇਨਵੋਲਵ ਨੇ, ਹੋਰ ਕਈ ਐਕਟੀਵਿਟੀਜ਼ ਨੇ ਇਨਵੋਲਵ। ਤੇ ਦੂਜੀ ਗੱਲ ਖਾਸ ਵੱਡੀ ਗੱਲ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਕ੍ਰਿਮੀਨਲਸ ਦਾ ਹੌਸਲਾ ਕਿੰਨਾ ਵੱਧ ਰਿਹਾ ਹੈ ਕਿ ਕੋਈ ਕ੍ਰਿਮੀਨਲ ਕ੍ਰਾਈਮ ਕਰਨ ਤੋਂ ਬਾਅਦ ਕਿਸੇ ਵੀ ਜਗ੍ਹਾ ਆਜ਼ਾਦ ਘੁੰਮ ਰਿਹਾ ਤੇ ਉਹਦੇ ਤੱਕ ਸਰਕਾਰ ਹੀ ਨਹੀਂ ਪਹੁੰਚ ਪਾ ਰਹੀ। ਪੰਜਾਬ ਦੀ ਸਰਕਾਰ, ਭਾਰਤ ਦੀ ਸਰਕਾਰ ਨਾਕਾਮ ਹੋ ਰਹੀ ਹੈ ਪਹੁੰਚਣ ਤੱਕ। ਨਹੀਂ ਦੇਖੋ, ਇਹਦੇ 'ਚ ਕੋਈ ਵੀ ਸਰਕਾਰ ਦੇ ਨਾਕਾਮ ਦਾ ਸਵਾਲ ਨਹੀਂ ਹੈਗਾ ਜੀ। ਮੈਂ ਸਮਝਦਾ ਹੈਗਾ ਨਾਕਾਮ ਸਿਸਟਮ ਹੁੰਦਾ ਜੇ ਬੰਦੇ ਪਹਿਲੇ ਤੇ ਇਹ ਪਤਾ ਨਹੀਂ ਕਿ ਗੋਲਡੀ ਬਰਾੜ ਜਿਹੜਾ ਹੈਗਾ ਕੈਨੇਡਾ ਦਾ PR ਹੈਗਾ, ਰੈਜ਼ੀਡੈਂਟ ਹੈਗਾ, ਕੋਈ ਇਨਫੋਰਮੇਸ਼ਨ ਨਹੀਂ। ਜੇ ਕੋਈ ਰੈਜ਼ੀਡੈਂਟ ਹੁੰਦਾ ਕਿਤੇ ਦਾ PR ਹੁੰਦਾ ਤਾਂ ਉਹਦਾ ਐਕਸਟ੍ਰੈਡੀਸ਼ਨ ਜਿਹੜਾ ਹੈਗਾ ਉਹਨਾਂ ਔਖਾ ਹੋ ਜਾਂਦਾ ਹੈਗਾ ਕਿਉਂਕਿ ਫੇਕ ਪਾਸਪੋਰਟ ਤੇ ਗਿਆ ਹੈਗਾ, ਦੈਟਸ ਕੰਪੈਰੇਟਿਵਲੀ ਈਜ਼ੀਅਰ। ਤੇ ਜਿਹੜੀ ਵੀ ਗੱਲ ਹੈਗੀ ਇਸ ਵੇਲੇ ਸਾਰਾ ਇਹਦੇ 'ਚ ਕੋਈ it's all foggy all around, it's all foggy around, कोई clear cut information किसी देश नहीं हैगी है कि गोल्डी बराड़ है कौन, इंडियन रेजिडेंट हैगा, कनेडियन रेजिडेंट हैगा, PR हैगा, what the status उत्थे की हैगा। क्योंकि एक्सट्राडिशन ट्रीटी साडी कनाडा दे नाल भी हैगी है, यूनाइटेड स्टेट्स दे नाल भी हैगी है। यूनाइटेड नेशंस, यूनाइटेड स्टेट्स तो एक्सट्राडिशन कंपैरेटिवली ईजी हैगा पर कनाडा सरकार वालों प्रॉब्लम आती हैगी ने बिकॉज ऑफ द हाइप जिहड़ी क्रिएट करते हैगे ने ह्यूमन राइट इशू ते। और ये जो कंट्रोवर्सी चल रही हैगी है कि गिरफ्तार हो डिटेन हो गया कि नहीं होया, ये कंट्रोवर्सी सर्टेनली गोल्डी बराड़ नू हेल्प कर सकती है कि इत्थे इन्नी हाइप बनी हुई है कि इत्थे आएगा तो उन्होंने फेयर ट्रायल नहीं मिलेगी, उन्होंने मारिया जा सकता हैगा और ह्यूमन राइट वायलेशन हो रहा हैगा। इस करके मैं समझदा डिस्कशंस जिहड़े इस तरह दे हैगे ने ये सरकार दा, भारत सरकार दा पक्ष कमजोर ही करनगे, स्ट्रॉन्ग नहीं करनगे। थैंक यू। ਇਹ ਵੀ ਹੋ ਸਕਦਾ ਜਿਵੇਂ ਬੜੀ ਇੰਪੋਰਟੈਂਟ ਗੱਲ ex-DGP ਸਾਹਿਬ ਨੇ ਕਹੀ ਹੈ, ਦੱਸੀ ਹੈ ਕਿ ਜਿਹੜੀ ਇਹ ਚਰਚਾ ਚੱਲ ਰਹੀ ਹੈ ਹੋ ਸਕਦਾ ਇਹਨੂੰ ਕ੍ਰੀਏਟ ਕੀਤਾ ਗਿਆ ਹੋਵੇ ਤਾਂ ਕਿ ਇੱਕ ਗਰਾਊਂਡ ਬਣਾਇਆ ਜਾਵੇ ਕਿ ਗੋਲਡੀ ਬਰਾੜ ਨੂੰ ਇੰਡੀਆ ਲਿਆਉਣ ਦੇ ਵਿੱਚ ਦਿੱਕਤ ਹੋਵੇ। ਜੀ ਜਗਮੀਤ ਢਿੱਲੋਂ ਜੀ। ਅਮਨਦੀਪ ਜੀ, ਜਿਸ ਤਰ੍ਹਾਂ ਸ਼ਸ਼ੀਕਾਂਤ ਜੀ ਨੇ ਕਿਹਾ ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਡਿਬੇਟ ਦੇ ਸ਼ੁਰੂ ਵਿੱਚ ਵੀ ਕਿਹਾ ਸੀ ਕਿ ਐਕਸਟ੍ਰਾਡੀਸ਼ਨ ਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ। ਅਗਰ ਅਸੀਂ ਕੋਈ ਸਾਡੇ ਸਰਕਾਰ ਦੇ ਨੁਮਾਇੰਦੇ ਬਿਆਨ ਦਿੰਦੇ ਨੇ ਕਿ ਅਸੀਂ ਉਹਨੂੰ ਲਿਆਵਾਂਗੇ, ਉਹਨੂੰ ਸਜ਼ਾ ਦਿਵਾਵਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ ਤੇ ਉਸ ਚੀਜ਼ ਦੀ ਉਹ ਗਰਾਊਂਡ ਲੈ ਸਕਦਾ ਹੈ ਕਿਉਂਕਿ ਉੱਥੇ ਵੀ ਬਹੁਤ ਮਾਹਿਰ ਵਕੀਲ ਨੇ, ਹਿਊਮਨ ਰਾਈਟਸ ਦੀ ਗਰਾਊਂਡ ਲੈ ਸਕਦਾ ਹੈ, ਅਨਫੇਅਰ ਜਸਟਿਸ ਦੀ ਉਹ ਗਰਾਊਂਡ ਲੈ ਸਕਦਾ ਹੈ ਕਿ ਉੱਥੋਂ ਦੀ ਸਰਕਾਰ ਤਾਂ ਮੈਨੂੰ ਪਹਿਲਾਂ ਹੀ ਦੋਸ਼ੀ ਮੰਨੀ ਬੈਠੀ ਹੈ ਜਦਕਿ ਮੈਂ ਕੁਝ ਕੀਤਾ ਹੀ ਨਹੀਂ। ਸੋ ਉਸ ਗੱਲ ਕਰਕੇ ਅਸੀਂ ਕਹਿੰਦੇ ਸੀ ਕਿ CM ਸਾਹਿਬ ਨੇ ਕੁਝ ਨਹੀਂ ਦੇਖਿਆ, ਉਸ ਮਾਮਲੇ ਦੀ ਡੂੰਘਾਈ ਤੱਕ ਨਹੀਂ ਉਹ ਪਹੁੰਚੇ। ਇੱਕ ਇਮੈਚੁਰਨੈਸ ਵਿੱਚ ਗੁਜਰਾਤ ਚੋਣਾਂ ਤੋਂ ਮਹਿਜ਼ 1-2 ਦਿਨ ਪਹਿਲਾਂ ਉੱਥੇ ਬਿਆਨ ਦੇ ਦਿੱਤਾ ਕਿ ਭਾਈ ਅਸੀਂ ਤਾਂ ਫੜ ਲਿਆ, ਜਲਦੀ ਲੈ ਆਉਣਾ। ਤੇ ਮਗਰੇ ਅਨਮੋਲ ਗਗਨ ਮਾਨ ਨੇ ਪੰਜਾਬ ਬੈਠੀ ਨੇ ਬਿਆਨ ਦੇ ਦਿੱਤਾ ਸਾਡੀ ਭੈਣ ਨੇ ਕਿ ਜਲਦੀ ਇਨਸਾਫ ਹੋਏਗਾ, ਉਸਨੂੰ ਸਜ਼ਾ ਦਿਵਾਈ ਜਾਏਗੀ, ਮਿਸਾਲੀ ਸਜ਼ਾ ਦੇਵੇ। ਸੋ ਇਦਾਂ ਦੇ ਬਿਆਨ ਦੇਣਾ ਜਦਕਿ ਉੱਥੇ ਇੱਕ ਕੇਸ ਚੱਲੇਗਾ ਦੁਬਾਰਾ ਕਿ ਐਕਸਟ੍ਰਾਡੀਸ਼ਨ ਹੋਏਗੀ ਕਿਉਂਕਿ ਉਹ ਆਪਣੀ ਐਕਸਟ੍ਰਾਡੀਸ਼ਨ ਦੇ ਵਿਰੁੱਧ ਕਿ ਮੇਰੀ ਜਾਨ ਨੂੰ ਖਤਰਾ ਹੈ, ਇਦਾਂ ਦੀਆਂ ਗਰਾਊਂਡਸ ਤੇ ਬਹੁਤ ਜ਼ਿਆਦਾ ਕੋਰਟਾਂ ਕਚਹਿਰੀਆਂ ਦੇ ਵਿੱਚ ਜਾਏਗਾ। ਭਾਰਤ ਸਰਕਾਰ ਆਪਣਾ ਪੱਖ ਰੱਖੇਗੀ,
ਸੋ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਇਸ ਦੀ ਡੂੰਘਾਈ ਤੱਕ ਜਾਣਾ ਚਾਹੀਦਾ ਹੈ, ਕਿਸੇ ਸਿਆਣੇ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਸਾਨੂੰ ਬਿਆਨ ਦੇਣ ਤੋਂ ਰੋਕਿਆ ਜਾਵੇ। ਪੰਜਾਬ ਸਰਕਾਰ ਨੂੰ ਚੁੱਪੀ ਧਾਰ ਕੇ ਕਾਨੂੰਨੀ ਰਾਹ ਰਾਹੀਂ, ਨਾ ਕਿ ਰਾਜਨੀਤਿਕ ਫਾਇਦੇ ਲੈਣ ਲਈ ਇਹਨਾਂ ਮਾਮਲੇ ਤੇ ਇਹ ਨਾ ਹੋਵੇ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਜੋ ਇਨਸਾਫ ਦੀ ਉਡੀਕ ਵਿੱਚ ਹੈ, ਇਹਨਾਂ ਦੀਆਂ ਜਿਹੜੀਆਂ ਇਦਾਂ ਦੇ ਬਿਆਨਾਂ ਦੇ ਕਰਕੇ ਉਹ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਹੀ ਰਹਿ ਜਾਵੇ ਤੇ ਉੱਥੋਂ ਦੀਆਂ ਜੇਲ੍ਹਾਂ ਵਿੱਚ ਹੀ ਉਹ ਰਹਿ ਜਾਵੇ, ਇੱਥੇ ਭਾਰਤ ਨਾ ਪਹੁੰਚੇ। ਸੋ ਇਸ ਤਰ੍ਹਾਂ ਤਰੀਕੇ ਦੇ ਨਾਲ ਜਿਸ ਤਰ੍ਹਾਂ ਅਬੂ ਸਲੇਮ ਦਾ ਹੋਇਆ ਸੀ, ਛੋਟਾ ਰਾਜਨ ਦਾ ਐਕਸਟ੍ਰੈਡੀਸ਼ਨ ਹੋਇਆ ਸੀ, ਤਰੀਕੇ ਦੇ ਨਾਲ ਸਰਕਾਰ ਨੂੰ ਚੱਲਣਾ ਪਵੇਗਾ ਤਾਂ ਕਿ ਇਨਸਾਫ ਮਿਲ ਸਕੇ। ਸੋ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਮਲਹੋਤਰਾ ਸਾਹਿਬ ਕਿ ਚੰਦ ਵੋਟਾਂ ਦੀ ਖਾਤਰ ਜਾਂ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਅਸੀਂ ਬੇਬੁਨਿਆਦ ਬਿਆਨ ਨਾ ਦਈਏ। ਜਿੱਥੇ ਅਸੀਂ ਪੋਲੀਟੀਕਲ ਅਸਾਈਲਮ ਦੀ ਵੀ ਗੱਲ ਕਰਦੇ ਹਾਂ ਤਾਂ ਸ਼ਸ਼ੀਕਾਂਤ ਜੀ, ਕੀ ਇਹਦੇ ਵਿੱਚ ਪੋਸੀਬਿਲਿਟੀ ਹੈ ਕਿ ਪੋਲੀਟੀਕਲ ਅਸਾਈਲਮ ਲਿਆ ਜਾ ਸਕਦਾ ਉੱਥੇ? ਜੀ ਮਲਹੋਤਰਾ ਜੀ, ਤੁਹਾਡੇ ਤੱਕ ਵੀ ਆਉਂਦੇ ਹਾਂ ਜੀ। ਦੇਖੋ, ਪੋਲੀਟੀਕਲ ਅਸਾਈਲਮ ਦੀ ਜ਼ਰੂਰ ਗੱਲ ਕਰ ਸਕਦਾ ਹੈਗਾ ਉਹ ਔਨ ਦ ਗਰਾਊਂਡ, ਕਿ ਇੱਥੇ ਆਏਗਾ ਤੇ ਉਹਦੇ ਵਿਰੋਧੀ ਜਿਹੜੇ ਹੈਗੇ ਨੇ, ਜਿਹੜੇ ਬਿਆਨ ਆ ਰਹੇ ਹੈਗੇ ਨੇ, ਬਿਕੋਜ਼ ਉਹਨਾਂ ਨੂੰ ਪ੍ਰੂਵ ਕਰਨਾ ਪਏਗਾ ਕੰਪੀਟੈਂਟ ਕੋਰਟਸ ਦੇ ਵਿੱਚ ਕਿ ਇਹਨੇ ਮਰਡਰ ਕੀਤਾ। ਕੇਸ ਹੈਜ਼ ਟੂ ਬੀ ਪ੍ਰੂਵਡ, ਬਿਲਕੁਲ ਜਿਹਨੂੰ ਕਹਿੰਦੇ ਹੈਗੇ ਨੇ ਇਨ ਬਿਨ ਤਰੀਕੇ ਦੇ ਨਾਲ ਉਹਨੂੰ ਪ੍ਰੂਵ ਕਰਨਾ ਪਏਗਾ, ਵਰਨਾ ਹੀ ਕੈਨ ਆਲਵੇਜ਼ ਸੇ ਦਿਸ ਥਿੰਗ ਇਟਸ ਆਲ ਪੋਲੀਟੀਕਲ ਮੈਨੂਵਰਿੰਗ, ਉਹਨੂੰ ਇੱਥੇ ਜਾਣ ਦਾ ਖਤਰਾ ਹੈਗਾ, ਪੋਲੀਟੀਕਲ ਅਸਾਈਲਮ ਦਿਓ, ਇਹ ਕਰੋ। ਇਸੇ ਕਰਕੇ ਮੈਂ ਕਿਹਾ ਇਟਸ ਅਬਾਊਟ ਟਾਈਮ ਇਹ ਵਾਲੀ ਗੱਲਾਂ ਜਿਹੜੀ ਹੈਗੇ ਅਸੀਂ ਡਿਸਕਸ ਨਾ ਕਰੀਏ, ਨਾ ਸਰਕਾਰ ਵੱਲੋਂ ਨਾ ਵਿਰੋਧੀ ਪੱਖਾਂ ਵੱਲੋਂ। ਲੈਟਸ ਵੇਟ ਫॉर द टाइम and try to get it sorted out all legally. Thank you. ਜੀ ਮਲਹੋਤਰਾ ਸਾਹਿਬ। ਅਮਨਦੀਪ ਜੀ, ਜਿੱਥੇ ਤੱਕ ਪੋਲੀਟੀਕਲ ਐਜ਼ਾਈਲਮ ਦਾ ਸਵਾਲ ਹੈਗਾ, ਪੋਲੀਟੀਕਲ ਐਜ਼ਾਈਲਮ ਉੱਥੇ ਹੀ ਹੁੰਦੀ ਹੈ ਜਿੱਥੇ ਪੋਲੀਟੀਕਲ ਵੈਂਡੇਟਾ ਹੋਵੇ। ਸੋ ਇੱਥੇ ਪੋਲੀਟੀਕਲ ਵੈਂਡੇਟਾ ਤਾਂ ਕੋਈ ਨਹੀਂ, ਇੱਥੇ ਤਾਂ ਕ੍ਰਿਮੀਨਲ ਐਲੀਗੇਸ਼ਨਸ ਨੇ। ਜੀ ਸਰ, prove it, sir. He can prove it. So he also has to prove it, sir. He also has to prove it. He cannot talk in the air, right, sir? And और ਜਿੱਥੇ ਤੱਕ ਐਕਸਟ੍ਰੈਡੀਸ਼ਨ ਦੀ ਗੱਲ ਹੈਗੀ ਹੈ, ਐਕਸਟ੍ਰੈਡੀਸ਼ਨ ਤਾਂ ਹੀ ਹੁੰਦੀ ਹੈ ਨਾ ਜੇ ਕੋਈ ਕ੍ਰਿਮੀਨਲ ਐਲੀਗੇਸ਼ਨ ਹੋਵੇ, ਕੋਈ ਕ੍ਰਿਮੀਨਲ ਕੇਸ ਹੋਵੇ। ਤਾਂ ਆਪਾਂ ਜਿਸ ਤਰ੍ਹਾਂ ਬਰਾੜ ਸਾਹਿਬ ਕਹਿ ਰਹੇ ਸੀ ਕਿ ਵੀ ਤਰੀਕੇ ਨਾਲ ਉਹ ਜਨਾਬ ਅਸੀਂ ਉਹਨੂੰ ਇੱਥੇ ਕੋਈ ਲਿਆ ਕੇ ਪਾਰਟੀਆਂ 'ਚ ਤਾਂ ਨਹੀਂ ਲਿਜਾਣਾ, ਉਹਨੂੰ ਟਰਾਇਲ ਲਈ ਹੀ ਲੈ ਕੇ ਆਉਣਾ ਹੈ, ਬਿਕੋਜ਼ ਉਸ ਤੇ ਕ੍ਰਿਮੀਨਲ ਕੇਸਿਸ ਨੇ। ਸੋ ਇਹ ਤਾਂ ਸਪਸ਼ਟ ਹੀ ਹੋਏਗਾ ਜਦੋਂ उसदी एक्सट्रेडिशन होएगी भी उसते क्रिमिनल केसेस ने और ਉਹਦੀ क्रिमिनल ट्रायल होनी है and most likely he is going to be convicted. So और किसी ने ਇੱਥੇ ਇਹ ਨਹੀਂ ਕਿਹਾ ਕਿ ਅਸੀਂ ਉਹਨੂੰ unfair treatment ਦੇਾਂਗੇ ਜਾਂ ਅਸੀਂ ਉਹਨੂੰ ਇਹ ਕਰ ਦਿਆਂਗੇ ਉਹ ਕਰ ਦਿਆਂਗੇ। He has to face the law. If in the eyes of Indian law he will be innocent, he will be set free. But obviously ਜੇ ਉਹਨੂੰ ਇੱਥੇ ਲਿਆਣਾ ਹੈਗਾ ਤਾਂ ਕ੍ਰਿਮੀਨਲ ਚਾਰਜਿਸ ਹੀ ਉੱਥੇ ਪ੍ਰੈਸ ਕਰਨੇ ਪੈਣੇ ਹੈਗੇ ਆ। ਸੋ ਮੇਰੇ ਖਿਆਲ ਨਾਲ ਆਪਾਂ ਪੰਜਾਬ ਸਰਕਾਰ ਦੀ ਜਿਹੜੀ ਸੋਚ ਹੈਗੀ ਹੈ ਜਾਂ ਕੈਪੇਬਿਲਿਟੀ ਹੈਗੀ ਹੈ ਜਾਂ ਪੰਜਾਬ ਪੁਲਿਸ ਦੀ ਕੈਪੇਬਿਲਿਟੀ ਹੈ ਜਾਂ ਇੰਡੀਅਨ ਏਜੰਸੀਜ਼ ਦੀ ਕੈਪੇਬਿਲਿਟੀ ਹੈ, ਉਸ ਤੇ ਸ਼ੱਕ ਨਾ ਕਰੀਏ। ਦੇ ਆਰ ਕੁਆਇਟ ਕੈਪੇਬਲ। ਔਰ ਜੇ ਸਾਰਾ ਪੰਜਾਬ ਜਿਹੜਾ ਹੈ ਉਹ ਤਰਾਹੀ ਕਰ ਰਿਹਾ, ਸਾਰੇ ਡਰੇ ਪਏ ਨੇ, ਸਹਿਮੇ ਪਏ ਨੇ, ਔਰ ਇੱਕੋ ਬੰਦੇ ਦੇ ਨਾਂ ਤੇ ਸਾਰਾ ਇੱਥੇ ਜਿਹੜਾ ਕ੍ਰਾਈਮ ਹੋ ਰਿਹਾ ਹੈਗਾ, ਤਾਂ ਉਹ ਕਿਧਰੇ ਨਾ ਕਿਧਰੇ ਕੁਛ ਤਾਂ ਹੈ ਹੀ ਹੈ ਜਨਾਬ। ਸੋ ਤੁਸੀਂ ਪੰਜਾਬ ਸਰਕਾਰ ਨੂੰ ਵੀ ਆਪਣਾ ਕੰਮ ਕਰਨ ਦਿਓ ਤੇ ਇਹੋ ਜਿਹੇ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਜੀ ਉਹ ਬੰਦਾ ਤਾਂ ਬਿਲਕੁਲ ਇਨੋਸੈਂਟ ਹੈਗਾ ਤੇ ਇੱਥੇ ਲਿਆ ਕੇ ਉਹਦੇ ਨਾਲ ਬੇਇਨਸਾਫੀ ਹੋਏਗੀ। ਜੀ 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 ਜਿੰਨੇ ਸਵਾਲ ਉੱਠ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਵਾਜਿਬ ਨੇ, ਕਿਉਂਕਿ ਇਹ ਮਾਮਲਾ ਸਿਰਫ ਇੱਕ ਕ੍ਰਿਮੀਨਲ ਦਾ ਨਹੀਂ ਹੈ। ਜੀ ਲੋਕੇਸ਼ ਨਾਰੰਗ ਜੀ, ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਹੋ? ਜੀ ਦੇਖੋ, ਜੋ ਮੇਰੇ ਵੀਰ ਢਿੱਲੋਂ ਜੀ ਨੇ ਕਿਹਾ ਨਾ, ਜੋ ਸ਼ਸ਼ੀਕਾਂਤ ਜੀ ਨੇ ਆਪਾਂ ਨੂੰ ਸਮਝਾਇਆ, ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਐਕਸਟ੍ਰੈਡੀਸ਼ਨ ਇੰਨੀ ਆਸਾਨ ਨਹੀਂ ਹੈ ਜਿੰਨੀ ਮਲਹੋਤਰਾ ਤੁਸੀਂ ਸਮਝਦੇ ਹੋ। ਔਰ ਜਿਹੜਾ ਤੁਸੀਂ ਇੱਥੇ ਕੋਈ ਵੀ ਗੈਰ ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ, ਬੇਨਤੀ ਕਰਨ ਲੱਗੇ ਜੋ ਤੁਸੀਂ ਗਲਤੀਆਂ ਕਰ ਲਈਆਂ ਅਸੀਂ ਦੇਖ ਲਈਆਂ, ਪਰ ਫਿਊਚਰ ਲਈ ਰਿਕੁਐਸਟ ਹੈ ਕਿ ਗੈਰ ਜ਼ਿੰਮੇਵਾਰ ਬਿਆਨ ਨਾ ਦਿਓ। ਤੁਹਾਡੇ ਗੈਰ ਜ਼ਿੰਮੇਵਾਰ ਬਿਆਨ ਡਿਬੇਟ ਨੂੰ ਓਪਨ ਕਰਦੇ ਨੇ। ਕੋਈ ਗੈਰ ਜ਼ਿੰਮੇਵਾਰ ਬਿਆਨ ਨਹੀਂ ਹੈ, ਕੋਈ ਗੈਰ ਜ਼ਿੰਮੇਵਾਰ ਬਿਆਨ ਨਹੀਂ ਹੈ। I disagree with you. Mitra ji, let me complete. ਕੋਈ ਗੈਰ ਜ਼ਿੰਮੇਵਾਰ ਬਿਆਨ ਫੈਡਰਲ ਸਟਰਕਚਰ 'ਚ ਰਹਿੰਦੇ ਹੋ, ਸੈਂਟਰਲ ਏਜੰਸੀ ਜਦ ਤੱਕ ਤੁਹਾਨੂੰ ਅਫੀਸ਼ੀਅਲ ਇਨਪੁਟ ਨਹੀਂ ਦਿੰਦੀਆਂ, ਨਾ ਮੀਡੀਆ 'ਚ ਬਿਆਨ ਦਿਓ, ਉਹਦੇ ਨਾਲ ਡਿਬੇਟ ਓਪਨ ਹੁੰਦੀ ਹੈ। ਔਰ ਅੱਜ ਇੱਥੇ ਹੁਣ ਆਪਾਂ ਜਿਹੜੇ ਸਮੇਂ 'ਚ ਰਹਿ ਰਹੇ ਹਾਂ ਨਾ,
ਜੇ ਆਪਾਂ ਇੱਥੇ ਡਿਬੇਟ ਕਰ ਰਹੇ ਤੇ ਲੋਕ ਇਸ ਨੂੰ ਅਮਰੀਕਾ ਕੈਨੇਡਾ 'ਚ ਬੈਠੇ ਦੇਖ ਰਹੇ ਨੇ ਤੇ ਉਹ ਤੁਹਾਡੀ ਅਨਨੈਸੈਸਰੀ ਤੁਸੀਂ ਡਿਬੇਟਸ ਓਪਨ ਕਰਾ ਦਿੰਦੇ ਹੋ। ਸਾਰਿਆਂ ਦਾ ਇਹ ਡਰ ਹੈ ਕਿ ਉਹਨੂੰ ਕੋਈ ਫਾਇਦਾ ਨਾ ਮਿਲ ਜਾਏ। ਤਾਂ ਰੱਬ ਦੇ ਕਰਕੇ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਕਿ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹੋ ਕਿ ਇਦਾਂ ਦੇ ਗੈਰ ਜ਼ਿੰਮੇਵਾਰ ਬਿਆਨ ਨਾ ਦਿਆ ਕਰੋ। ਨਹੀਂ ਨਾਰੰਗ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਜਿਸ ਤਰੀਕੇ ਦਾ ਸਹਿਮਤ ਹੋਵੋ ਨਾ ਹੋ, ਮੈਂ ਤਾਂ ਬੇਨਤੀ ਕੀਤੀ ਹੈ, ਮੈਂ ਤਾਂ ਬੇਨਤੀ ਕੀਤੀ ਹੈ, ਤੁਸੀਂ ਨਾ ਸਹਿਮਤ ਹੋਵੋ ਸਰ। ਇਹ ਜ਼ਰੂਰੀ ਸੀ ਪੰਜਾਬ ਦੇ ਲੋਕਾਂ ਨੂੰ ਵੀ ਇਨਫੋਰਮੇਸ਼ਨ ਜਾਵੇ ਤੇ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਨੂੰ ਵੀ ਇਨਫੋਰਮੇਸ਼ਨ ਜਾਵੇ ਤਾਂ ਕਿ ਜਿਹੜਾ ਸਹਿਮ ਦਾ ਮਾਹੌਲ ਹੈ ਖਤਮ ਹੋਵੇ, ਲੋਕਾਂ ਨੂੰ ਵੀ ਵਿਸ਼ਵਾਸ ਹੋਵੇ, ਸਾਹ ਦਾ ਸੁੱਖ ਦਾ ਸਾਹ ਆਵੇ। ਨਾਲ ਗੈਂਗਸਟਰਸ ਨੂੰ ਵੀ ਪਤਾ ਚੱਲ ਜੇ ਕਿ ਜੋ ਮਰਜ਼ੀ ਕਰ ਲੈਣ, ਜਿਹੜੇ ਮਰਜ਼ੀ ਦੇਸ਼ 'ਚ ਬੈਠੇ ਹੋਣ, ਉਹ ਕ੍ਰਾਈਮ ਕਰਕੇ ਭੱਜ ਨਹੀਂ ਸਕਦੇ। ਇਹ ਮੈਸੇਜ ਦੇਣਾ ਬਹੁਤ ਜ਼ਰੂਰੀ ਸੀਗਾ ਔਰ ਜਦੋਂ ਇਹ ਕਨਫਰਮ ਹੋਇਆ ਉਦੋਂ ਹੀ ਦੇਣਾ ਜ਼ਰੂਰੀ ਸੀਗਾ। ਅਮਨਦੀਪ ਜੀ, ਇਹ ਬੋਲਣ ਤਾਂ ਦਿੰਦੇ ਨਹੀਂ ਕਿਸੇ ਨੂੰ। ਜਨਾਬ ਤੁਹਾਡੀ ਗੱਲ ਕਰਨ ਤੋਂ ਖਤਮ ਹੋਣ ਤੋਂ ਬਾਅਦ ਹੀ ਬੋਲ ਰਿਹਾ ਮੈਂ। ਨਹੀਂ ਹੁਣ ਤੁਸੀਂ ਜੇ ਬੋਲੀ ਜਾਣਾ ਡਿਬੇਟ 'ਚ ਅਸੀਂ ਕਾਹਦੇ ਵਾਸਤੇ ਬੈਠੇ ਆ ਫਿਰ? ਤੁਸੀਂ ਇਹ ਬੋਲੀ ਜਾਣੇ ਸਵਾਲ ਪੁੱਛੋ ਲੋਕੇਸ਼ਨਲ ਜੀ, ਤੁਸੀਂ ਸਵਾਲ ਪੁੱਛੋ, ਆਪਾਂ ਜਵਾਬ ਲੈਣੇ ਆ, ਕੋਈ ਗੱਲ ਨਹੀਂ। ਅਮਨਦੀਪ ਜੀ, ਐਸਾ ਹੈ ਇਹਨਾਂ ਨੂੰ ਕੋਈ ਸਵਾਲ ਨਹੀਂ। ਹੱਥ ਜੋੜ ਕੇ ਬੇਨਤੀ ਹੈ ਕਿ ਭਵਿੱਖ ਦੇ ਵਿੱਚ ਜਦ ਤੱਕ ਤੁਹਾਡੇ ਕੋਲ ਕੋਈ ਆਫੀਸ਼ੀਅਲ ਇਨਪੁਟ ਨਾ ਹੋਵੇ ਐਸੇ ਸੈਂਸਿਟਿਵ ਮੈਟਰਸ ਤੇ ਮੀਡੀਆ ਨੂੰ ਐਡਰੈਸ ਨਾ ਕਰੋ। ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਜੀ, ਰਾਜਨੀਤੀ ਨਾ ਕੀਤੀ ਜਾਏ। ਜੇ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਤਾਂ ਆਪਣੀ ਸਰਕਾਰ ਤੋਂ ਡਿਨਾਈ ਕਰਾ ਦਿਓ। ਫਾਲਤੂ ਦੀ ਤੁਸੀਂ ਰਾਜਨੀਤੀ ਕਰ ਰਹੇ ਹੋ। ਚਲੋ ਅਮਨਦੀਪ ਜੀ, ਇਹਨਾਂ ਨੇ ਨਹੀਂ ਬਣਨਾ, ਰਾਜਨੀਤੀ ਦਾ ਮੁੱਦਾ ਨਹੀਂ ਹੈ ਇਹ, ਕਿਉਂਕਿ ਇਹਦੇ ਨਾਲ ਪੰਜਾਬ ਦਾ ਹਰ ਘਰ ਜੁੜਿਆ ਹੋਇਆ, ਹਰ ਨਾਗਰਿਕ ਜੁੜਿਆ ਹੋਇਆ, ਕਿਉਂਕਿ ਇਹ ਮਾਮਲਾ ਜਿਹੜਾ ਉਹ ਸਾਰੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਤੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸਿਰਫ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਨਹੀਂ, ਜਿੰਨੇ ਵੀ ਹੋਰ ਕਤਲ ਹੋਏ ਨੇ, ਜਿੰਨੇ ਹੋਰ ਕ੍ਰਾਈਮਸ ਹੋ ਰਹੇ ਨੇ, ਉਹਦੇ ਵਿੱਚ ਵੀ ਸਾਰੇ ਅਪਰਾਧੀਆਂ ਨੂੰ ਫੜਿਆ ਜਾਵੇ। ਤੇ ਜਿੱਥੇ ਗੱਲ ਅਸੀਂ ਕਰਦੇ ਹਾਂ ਅਬੂ ਸਲੇਮ ਦੀ ਜਾਂ ਛੋਟਾ ਰਾਜਨ ਦੀ ਕਿ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਲਿਆਂਦਾ ਗਿਆ, ਸਜ਼ਾ ਦਿੱਤੀ ਗਈ ਹੈ, ਐਕਸਟ੍ਰਾਡਾਈਟ ਕੀਤਾ ਗਿਆ, ਤੇ ਉਸੇ ਤਰੀਕੇ ਨਾਲ ਸਾਡੇ ਮੂਹਰੇ ਹੋਰ ਵੀ ਐਗਜ਼ਾਮਪਲਸ ਨੇ। ਨੀਰਵ ਮੋਦੀ ਨੇ, ਵਿਜੇ ਮਾਲਿਆ ਨੇ, ਜਿਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕੇਂਦਰ ਸਰਕਾਰ ਵੱਲੋਂ, ਪਰ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੂੰ ਅਸੀਂ ਲਿਆਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ। ਤੇ ਹੋ ਸਕਦਾ ਇਹ ਕੇਸ ਦੇ ਵਿੱਚ ਵੀ ਸਾਨੂੰ ਇੰਨੀ ਔਖਾਈ ਝੱਲਣੀ ਪਵੇ। ਪੰਜਾਬ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ ਐਫਰਟ ਜ਼ਿਆਦਾ ਕਰਨੇ ਪੈਣ ਤਾਂ ਕਿ ਇਸ ਕ੍ਰਿਮੀਨਲ ਨੂੰ ਲਿਆ ਕੇ ਪੰਜਾਬ ਦੇ ਵਿੱਚ ਸਜ਼ਾ ਦਿੱਤੀ ਜਾਵੇ। ਪਰ ਫਿਲਹਾਲ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਤੇ ਦੇਸ਼ ਦੇ ਲੋਕ ਕੀ ਸਮਝਣ, ਕਿਹੜੀ ਗੱਲ ਹੈ ਜਿਹੜੇ ਤੋਂ ਉਹਨਾਂ ਨੂੰ ਧਰਵਾਸਾ ਹੋਵੇ ਕਿ ਜੀ ਸਾਡਾ ਫਿਊਚਰ, ਸਾਡਾ ਭਵਿੱਖ ਇੱਥੇ ਸੇਫ ਹੈ। ਜੇ ਇੱਥੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਸਜ਼ਾ ਮਿਲਦੀ ਹੈ। ਜੇ ਲੋਕ ਇੱਥੇ ਕਿਸੇ ਵੀ ਕ੍ਰਾਈਮ ਨੂੰ ਕਰਕੇ ਸੇਫਲੀ ਬਾਹਰ ਚਲੇ ਜਾਂਦੇ ਆ ਜਾਂ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਇੱਕ ਸਟਰੋਂਗ ਮੈਸੇਜ ਜਾਣਾ ਜ਼ਰੂਰੀ ਹੈ। ਇਸੇ ਤਰੀਕੇ ਨਾਲ ਹੋਰ ਵੀ ਅਸੀਂ ਡਿਬੇਟਸ ਕਰਦੇ ਰਹਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਪੰਜਾਬ ਦੇ ਲੋਕ ਸਾਡੇ ਨਾਲ ਜੁੜੇ। ਅਸੀਂ ਇਹੋ ਜਿਹੇ ਅਹਿਮ ਮੁੱਦਿਆਂ ਤੇ ਹਮੇਸ਼ਾ ਗੱਲਬਾਤ ਕਰਦੇ ਰਹਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਤੱਕ ਸਹੀ ਜਾਣਕਾਰੀ ਸਹੀ ਤਰੀਕੇ ਨਾਲ ਪਹੁੰਚਾ ਸਕੀਏ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।